स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। क्षमादान। रेडियो पंजाब टुडे सुन रहे सारे श्रोतिਆਂ ਦਾ ਸਵਾਗਤ। मैं कौमिता मिनहास हाजिर हाँ प्रोग्राम क्षमादान लैके। ਅੱਜ ਦਿਨ ਹੈ ਸੋਮਵਾਰ ਤਰੀਕ 3 ਅਕਤੂਬਰ ਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ 6:30 ਦਾ ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਜਿਸ ਵਿੱਚ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਬਖਤੌਰ ਸਿੰਘ ਢਿੱਲੋਂ ਜੀ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੁਮਤਾ ਜੀ। ਸਰ ਸਭ ਤੋਂ ਪਹਿਲਾਂ ਅਸੀਂ ਜਿਹੜੀ ਖਬਰ ਇਸ ਵੇਲੇ ਵੱਡੀ ਚਰਚਾ ਦਾ ਵਿਸ਼ਾ ਜਿਹੜੀ ਬਣੀ ਹੋਈ ਹੈ, ਸਰਕਾਰ ਤੇ ਸਵਾਲ ਵੀ ਉੱਠ ਰਹੇ ਨੇ ਉਸ ਨੂੰ ਲੈ ਕੇ, ਉਸਦਾ ਜਿਹੜਾ ਜ਼ਿਕਰ ਕਰਦੇ ਹਾਂ। ਦੀਪਕ ਟੀਨੂ ਜਿਹੜਾ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਵਿੱਚ ਜਿਹੜਾ ਉਹ ਮੁਲਜ਼ਮ ਮੰਨਿਆ ਜਾਂਦਾ ਹੈ, ਸੋ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ CIA ਇੰਚਾਰਜ ਜਿਹੜੇ ਆ ਉਹ ਪ੍ਰਿਤਪਾਲ ਸਿੰਘ ਉਹਨਾਂ ਤੇ ਜਿਹੜਾ ਇਲਜ਼ਾਮ ਲੱਗਦਾ ਹੈ, ਸੋ DGP ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਤੇ ਹੁਣ ਅਖੀਰ ਜਿਹੜਾ ਉਹ ਕੋਰਟ 'ਚ ਪੇਸ਼ ਕਰਕੇ ਰਿਮਾਂਡ ਮਿਲ ਗਿਆ। ਪਰ ਸਵਾਲ ਇੱਥੇ ਇਹ ਆ ਕਿ ਇੰਨਾ ਗੰਭੀਰ ਜਿਹੜਾ ਮਸਲਾ ਸੀ, ਇੰਨਾ ਗੰਭੀਰ ਜਿਹੜਾ ਮੁੱਦਾ ਸੀ, ਜਾਂ ਕਹਿ ਲਈਏ ਕਿ ਜਿਸ ਨੂੰ ਲੈ ਕੇ ਪੂਰੇ ਪੰਜਾਬ ਨਹੀਂ ਦੇਸ਼ ਵਿਦੇਸ਼ ਤੱਕ ਜਿਹੜੇ ਜਿਸ ਨੂੰ ਲੈ ਕੇ ਪੰਜਾਬ ਦੇ ਕਹਿ ਲਈਏ ਕਿ ਜ਼ਿਕਰ ਹੋਇਆ ਕਿ ਅਜਿਹਾ ਕਿਉਂ ਹੋਇਆ ਪੰਜਾਬ ਵਿੱਚ, ਸੋ ਉਸ ਮਸਲੇ ਵਿੱਚ ਜਿਹੜਾ ਦੋਸ਼ੀ ਸੀ ਤਾਂ ਅਜਿਹੇ ਪਿੱਛੇ ਕਿਸ ਨੂੰ ਕਾਰਨ ਮੰਨਿਆ ਜਾਵੇ? ਕੀ ਪੁਲਿਸ ਪ੍ਰਸ਼ਾਸਨ ਦੀ ਕਿਤੇ ਗਲਤੀ ਆਉਂਦੀ ਹੈ ਜਾਂ ਸਾਰੇ ਸੁਨਹਿਰੇ ਨੂੰ ਪੂਰੀ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮਤਾ ਜੀ, ਜਿੱਥੋਂ ਤੱਕ ਟੀਨੂ ਦਾ ਸਵਾਲ ਹੈ, ਟੀਨੂ ਸਿਰਫ ਤੇ ਸਿਰਫ ਆਪਾਂ ਇਹ ਕਹਿ ਦਈਏ ਕਿ ਉਹ ਇਸ ਕੇਸ ਦਾ ਮੁਲਜ਼ਮ ਸੀ, ਸਿੱਧੂ ਮੂਸੇਵਾਲਾ ਮਰਡਰ ਕੇਸ ਦਾ। ਮੇਰੇ ਖਿਆਲ ਮੁਤਾਬਕ ਮੁਲਜ਼ਮ ਤੋਂ ਕਿਤੇ ਵੱਧ ਕੇ ਉਹ ਸੂਤਰਧਾਰ ਸੀ ਇਸ ਕੇਸ ਦਾ ਜੀ। ਜੋ ਜਾਣਕਾਰੀ ਉਹਦੇ ਬਾਰੇ ਮੈਨੂੰ ਪ੍ਰਾਪਤ ਹੋਈ ਹੈ, ਇਹ ਮੁੱਖ ਤੌਰ ਦੇ ਉੱਤੇ ਹਰਿਆਣੇ ਦੇ ਭਿਵਾਨੀ ਦਾ ਰਹਿਣ ਵਾਲਾ ਹੈ ਔਰ ਇਹਦੇ ਖਿਲਾਫ 35 ਦੇ ਲਗਭਗ ਮੁਕੱਦਮੇ ਦਰਜ ਹੈ ਕਈ ਸਟੇਟਾਂ 'ਚ, ਜਿਹਦੇ ਵਿੱਚ ਪੰਜਾਬ ਵੀ ਹੈ, ਹਰਿਆਣਾ ਵੀ ਹੈ, ਚੰਡੀਗੜ੍ਹ ਵੀ ਹੈ, ਹਿਮਾਚਲ ਵੀ ਹੈ, ਦਿੱਲੀ ਵਗੈਰਾ ਵੀ ਹੈ। ਔਰ ਇਹ ਜਿਹੜੇ ਮੁਕੱਦਮੇ ਦੇ ਖਿਲਾਫ ਦਰਜ ਹੈ, ਮੁਕੱਦਮੇ ਸਧਾਰਨ ਨਹੀਂ, ਸਗੋਂ ਕਤਲਾਂ, ਇਰਾਦਾ ਕਤਲਾਂ, ਲੁੱਟਾਂ ਖੋਹਾਂ, ਫਰੋਤੀਆਂ ਵਰਗੇ ਇਸ ਕਿਸਮ ਦੇ ਮੁਕੱਦਮੇ ਇਹਦੇ 'ਤੇ ਦਰਜ ਹੈ। ਬੰਦੇ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਅਸਲ ਦੇ ਵਿੱਚ ਇਹ ਜਿਹੜਾ ਲਾਰੈਂਸ ਬਿਸ਼ਨੋਈ ਹੈ, ਲਾਰੈਂਸ ਬਿਸ਼ਨੋਈ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਯੋਗਦਾਨ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਸ ਲਾਰੈਂਸ ਬਿਸ਼ਨੋਈ ਦੇ ਨਾਂ ਦੀ ਦਹਿਸ਼ਤ ਨਾ ਸਿਰਫ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ 'ਚ ਬਾਕੀ ਪੂਰੇ ਭਾਰਤ ਦੇ ਵਿੱਚ ਪਈ ਹੋਈ ਹੈ ਔਰ ਜਿਹਦੇ ਨਾਂ 'ਤੇ ਇਹ ਇਲਜ਼ਾਮ ਲੱਗਦਾ ਕਿ ਉਸ ਬੰਦੇ ਨੇ ਹੀ ਸਿੱਧੂ ਮੂਸੇਵਾਲੇ ਨੂੰ ਕਤਲ ਕਰਵਾਇਆ ਵਗੈਰਾ ਵਗੈਰਾ, ਕਿਉਂਕਿ ਆਪ ਸਿੱਧੇ ਤੌਰ 'ਤੇ ਤਾਂ ਉਹ ਕਤਲ ਦੇ ਵਿੱਚ ਸ਼ਾਮਲ ਨਹੀਂਗਾ, ਉਹ ਉਸ ਵੇਲੇ ਜੇਲ੍ਹ ਦੇ ਵਿੱਚ ਬੈਠਾ ਸੀ। ਜੇ ਬੰਦਾ ਉਹਦਾ ਟ੍ਰੇਨਰ ਹੈ ਤਾਂ ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਕਿੰਨਾ ਖਤਰਨਾਕ ਹੈ। ਇਸ ਕੇਸ ਨੂੰ ਟੈਕਲ ਕਿਵੇਂ ਕੀਤਾ ਸਾਡੀ ਪੰਜਾਬ ਪੁਲਿਸ ਨੇ? ਪਹਿਲੀ ਗੱਲ ਤਾਂ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ, ਸਿੱਧੂ ਮੂਸੇਵਾਲੇ ਦੇ ਕਤਲ ਹੋਣ ਤੋਂ ਪਹਿਲਾਂ ਉਹਨੂੰ ਥ੍ਰੈਟ ਸੀ। ਇਹ ਗੱਲ ਪੰਜਾਬ ਦੀ ਇੰਟੈਲੀਜੈਂਸ ਵੀ ਜਾਣਦੀ ਸੀ, ਇੰਟੈਲੀਜੈਂਸ ਬਿਊਰੋ ਜਾਂ ਭਾਰਤ ਸਰਕਾਰ ਦੀ ਖੁਫੀਆ ਏਜੰਸੀ ਵੀ ਜਾਣਦੀ ਸੀ ਔਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਬਕਾਇਦਾ ਇਨਫੋਰਮ ਕੀਤਾ ਹੋਇਆ ਸੀ। ਮੇਰੀ ਕਈ ਸਾਰੇ ਕਾਂਗਰਸ ਲੀਡਰਾਂ ਦੇ ਨਾਲ ਗੱਲ ਹੋਈ ਹੈ, ਜਿਹੜੇ ਕਾਂਗਰਸ ਲੀਡਰ ਇਹ ਸਮਝਦੇ ਹੈ ਕਿ ਸਿੱਧੂ ਮੂਸੇਵਾਲੇ ਦਾ ਇਲੈਕਸ਼ਨ ਲੜਨ ਦਾ ਵੱਡਾ ਕਾਰਨ ਇਹ ਨਹੀਂ ਸੀ ਕਿ ਉਹਨੇ MLA ਬਣਨਾ ਸੀ, ਉਹਨੂੰ ਵੀ ਇਸ ਗੱਲ ਦੀ ਜਾਣਕਾਰੀ ਸੀ ਕਿ ਮੇਰਾ ਕਤਲ ਹੋ ਸਕਦਾ, ਇਸ ਲਈ ਸਿਕਿਉਰਿਟੀ ਹਾਸਲ ਕਰਨ ਵਾਸਤੇ ਉਹਨੇ ਇਲੈਕਸ਼ਨ ਲੜੀ ਸੀ। ਉਹਨੂੰ ਇਹ ਭੁਲੇਖਾ ਸੀ ਕਿ ਮੇਰੇ ਹਲਕੇ ਦੇ ਲੋਕ ਮੈਨੂੰ
ਵੋਟਾਂ ਪਾ ਕੇ MLA ਬਣਾ ਦੇਣਗੇ ਤੇ MLA ਕੋਲੇ ਆਪਾਂ ਨੂੰ ਪਤਾ ਵੀ ਸਿਕਿਉਰਿਟੀ ਕਾਫੀ ਹੁੰਦੀ ਹੈ ਜੀ। ਲੇਕਿਨ ਜਿਸ ਕਿਸਮ ਦੀ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਹੋਈ ਸੀ ਉਸ ਹਨੇਰੀ ਦੇ ਵਿੱਚ ਸਿੱਧੂ ਮੂਸੇਵਾਲਾ ਵੀ ਰੁੜ ਗਿਆ। ਬਾਅਦ ਦੇ ਵਿੱਚ ਆਪਾਂ ਦੇਖਦੇ ਵੀ ਉਸੇ ਸਿੱਧੂ ਮੂਸੇਵਾਲੇ ਨੂੰ ਜਿੰਨੀਆਂ ਵੋਟਾਂ ਦੇ ਫਰਕ ਨਾਲ ਲੋਕਾਂ ਨੇ ਹਰਾਇਆ ਸੀ ਉਹਦੇ ਨਾਲੋਂ ਕਿਤੇ ਵੱਧ ਉਹਦੇ ਜਿਹੜੇ ਸੰਸਕਾਰ ਤੇ ਉਹਦੇ ਅੰਤਮ ਅਰਦਾਸ ਦੇ ਵਿੱਚ ਲੋਕ ਸ਼ਾਮਲ ਹੁੰਦੇ ਆ ਤੇ ਨਾ ਸਿਰਫ ਸ਼ਾਮਲ ਹੁੰਦੇ ਆ ਲਗਾਤਾਰ ਸ਼ਾਮਲ ਹੋ ਰਹੇ ਆ। ਅੱਜ ਵੀ ਹਰ ਜੀ, ਸੰਡੇ ਬਿਲਕੁਲ। ਨੂੰ ਉਹਦੇ ਪਿੰਡ ਦੇ ਵਿੱਚ ਲੋਕ ਇਕੱਤਰ ਹੁੰਦੇ ਆ ਜਿੱਥੇ ਉਹਦਾ ਸੰਸਕਾਰ ਕੀਤਾ ਸੀ, ਯਾਦਗਾਰ ਬਣੀ ਹੋਈ ਹੈ, ਉੱਥੇ ਨਤਮਸਤਕ ਹੁੰਦੇ ਸੀ। ਔਰ ਪਿਛਲੇ ਦਿਨਾਂ ਦੇ ਵਿੱਚ ਤਾਂ ਤੁਸੀਂ ਹੈਰਾਨ ਹੋਵੋਗੇ ਆਗਰਾ ਤੋਂ ਇੱਕ ਮੈਡਮ ਜੁਡੀਸ਼ੀਅਲ ਜਿਹੜੀ ਹੈਗੀ ਹੈ ਮੈਜਿਸਟ੍ਰੇਟ ਵੀ ਆਈ ਹੋਈ ਸੀ ਬਿਲਕੁਲ। ਉਹਨੇ ਵੀ ਜੀ। ਆ ਕੇ ਉੱਥੇ ਉਹਨੂੰ ਅਕੀਦਤ ਭੇਟ ਕੀਤੀ ਸੀ, ਉਹਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੱਡੀ ਵੱਡੀ ਫੇਮ ਦਾ ਬੰਦਾ ਸੀ ਜਿਸ ਬੰਦੇ ਨੂੰ ਇਸ ਤਰ੍ਹਾਂ ਕਤਲ ਕੀਤਾ ਗਿਆ ਹੋਵੇ ਤੇ ਜਿਹੜੇ ਬੰਦੇ ਕਤਲ ਕਰਨ ਤੇ ਕਰਵਾਉਣ ਦੇ ਵਿੱਚ ਹੁਣ ਇਹ ਟੀਨੂ ਉਹਨਾਂ ਦੇ ਵਿੱਚੋਂ ਇੱਕ ਸੀ। ਟੀਨੂ ਨੇ ਸਾਰਾ ਕੁਝ ਕੀਤਾ ਸੀ। ਹੁਣ ਅਗਾਂਹ ਸਾਡੀ ਪੁਲਿਸ ਨੇ ਇਸ ਨੂੰ ਹੈਂਡਲ ਕਿਵੇਂ ਕੀਤਾ ਇਸ ਕੇਸ ਨੂੰ, ਇਹਦਾ ਅੰਦਾਜ਼ਾ ਆਪਾਂ ਇਸੇ ਤੋਂ ਲਾ ਸਕਦੇ ਹਾਂ ਕਿ ਇਹ ਬੰਦਾ 4 ਜੁਲਾਈ ਤੋਂ ਪੰਜਾਬ ਦੀ ਪੁਲਿਸ ਦੇ ਹਵਾਲੇ ਹੋਇਆ ਵਾ। 4 ਜੁਲਾਈ ਨੂੰ ਇਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਾਂ ਆਪਾਂ ਕਹਿ ਲਈਏ ਰਾਹਦਾਰੀ ਵਾਰੰਟ ਦੇ ਉੱਤੇ ਦਿੱਲੀ ਤੋਂ ਲੈ ਲਿਆ ਸੀ। ਉਦੋਂ ਤੋਂ ਲੈ ਕੇ ਤੋਂ ਲਗਾਤਾਰ ਪੁੱਛਗਿੱਛ ਹੋ ਰਹੀ ਸੀ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇਸ ਬੰਦੇ ਦਾ ਜੁਡੀਸ਼ੀਅਲ ਰਿਮਾਂਡ ਹੋ ਗਿਆ ਸੀ ਤਾਂ ਉਸ ਵੇਲੇ ਇਹਨੂੰ ਵਾਪਸ ਦਿੱਲੀ ਨਹੀਂ ਸੀ ਭੇਜਿਆ, ਸਗੋਂ ਇਹਨੂੰ ਪੰਜਾਬ ਦੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਰੱਖਿਆ ਸੀ। ਕੁਝ ਦਿਨ ਪਹਿਲਾਂ ਇਹਨੂੰ ਫੇਰ ਇੱਥੇ ਲਿਆਂਦਾ ਗਿਆ ਔਰ ਲਿਆਉਣ ਤੋਂ ਬਾਅਦ ਜਿਵੇਂ ਜਿਸ ਢੰਗ ਨਾਲ ਇਸ ਕੇਸ ਨੂੰ ਉਹਨਾਂ ਨੇ ਲਿਆ ਹੈ ਬੜੇ ਹਲਕੇ ਦੇ ਵਿੱਚ, ਤੁਸੀਂ ਇਹ ਦੇਖੋ ਕਿ ਇਸ ਵੇਲੇ ਦੀ ਗੈਂਗਵਾਰ ਦੀ ਸਥਿਤੀ ਹੈ ਉਹ ਕੀ ਹੈ। ਇਹਦੇ ਬਾਰੇ ਕੇਂਦਰੀ ਏਜੰਸੀਆਂ ਕਈ ਵਾਰੀ ਪੰਜਾਬ ਪੁਲਿਸ ਨੂੰ ਸਤਰਕ ਕਰ ਚੁੱਕੀਆਂ, ਖਬਰਦਾਰ ਕਰ ਚੁੱਕੀਆਂ, ਚੌਕਸ ਕਰ ਚੁੱਕੀਆਂ ਕਿ ਇਹ ਦੋ ਗੈਂਗ ਜਿਹੜੇ ਹੈਗੇ ਹੈ, ਇੱਕ ਬੰਬੀਹਾ ਗੈਂਗ ਔਰ ਦੂਸਰਾ ਲਾਰੈਂਸ ਗੈਂਗ, ਇਹਨਾਂ ਦੇ ਦਰਮਿਆਨ ਕਿਸੇ ਵੇਲੇ ਵੀ ਭਿਆਨਕ ਟੱਕਰ ਹੋ ਸਕਦੀ ਹੈ, ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸਿੱਧੂ ਮੂਸੇਵਾਲੇ ਦੇ ਮਾਪਿਆਂ ਵੱਲੋਂ ਲਗਾਤਾਰ ਇਸ ਗੱਲ ਨੂੰ ਪ੍ਰਚਾਰਿਆ ਜਾ ਰਿਹਾ ਹੈ, ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਬੰਦੇ ਕਾਤਲ ਹੈ, ਕਾਤਲਾਂ ਨੂੰ ਇੰਨੀ ਜਿਹੜੀ ਹੈਗੀ ਹੈ ਜ਼ਬਰਦਸਤ ਸਿਕਿਉਰਿਟੀ ਦੇ ਕੇ, ਬਖਤਰਬੰਦ ਗੱਡੀਆਂ ਦੇ ਕੇ, 35-35 40-40 200 ਬੰਦੇ ਉਹਨਾਂ ਦੇ ਨਾਲ ਚੱਲਦੇ ਹੈ, ਉਹਨਾਂ ਨੂੰ ਗਲੋਰੀਫਾਈ ਕੀਤਾ ਜਾ ਰਿਹਾ, ਕਾਤਲਾਂ ਨੂੰ ਫੜਿਆ ਤੱਕ ਨਹੀਂ ਜਾ ਰਿਹਾ, ਇਹ ਗੱਲ ਕਹੀ ਜਾ ਰਹੀ ਹੈ। ਲੇਕਿਨ ਆਪਾਂ ਇਸ ਗੱਲ ਨੂੰ ਸਮਝਦੇ ਹਾਂ ਕਿ ਜਦੋਂ ਅਦਾਲਤਾਂ ਦੀ ਦਖਲ ਅੰਦਾਜ਼ੀ ਹੋਵੇ, ਅਦਾਲਤਾਂ ਨੇ ਖਦਸ਼ਾ ਪ੍ਰਗਟ ਕੀਤਾ ਹੋਵੇ ਕਿ ਅਜਿਹੀ ਗੱਲ ਹੋ ਸਕਦੀ ਹੈ, ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਹੈ, ਸਿਕਿਉਰਿਟੀ ਮਿਲੀ ਹੋਈ ਹੈ, ਲੇਕਿਨ ਸਿਕਿਉਰਿਟੀ ਮਿਲਣ ਦੇ ਬਾਵਜੂਦ ਜਿਸ ਕਿਸਮ ਨੂੰ ਢਿੱਲੇ ਤਰੀਕੇ ਦੇ ਨਾਲ ਉਹਨਾਂ ਨੂੰ ਹੈਂਡਲ ਕੀਤਾ ਜਾ ਰਿਹਾ ਉਹ ਵੱਖਰੀ ਗੱਲ ਹੈ। ਹੁਣ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ, ਪ੍ਰੋਡਕਸ਼ਨ ਵਾਰੰਟ ਤੇ ਲੈ ਆਂਦਾ, ਲਿਆ ਕੇ ਇਹਨੂੰ CIA ਮਾਨਸਾ ਦੇ ਹਵਾਲੇ ਕਰਤਾ। ਜਿਹੜੇ ਆਫੀਸਰ ਲੈ ਕੇ ਆਏ ਸੀ, ਮੇਰੀ ਕੱਲ੍ਹ ਹੀ ਕਿਸੇ ਬੰਦੇ ਨਾਲ ਗੱਲ ਹੋਈ ਸੀ ਕਿ ਅਸਲ ਦੇ ਵਿੱਚ ਇਹਨੂੰ ਲਿਆਉਣ ਵਾਸਤੇ ਇੱਕ ਗਜ਼ਟਡ ਅਫਸਰ ਦੀ ਡਿਊਟੀ ਲੱਗੀ ਸੀ ਔਰ ਉਸੇ ਗਜ਼ਟਡ ਆਫੀਸਰ ਨੇ ਲਿਆ ਕੇ ਇਹਨੂੰ ਜਿਹੜਾ ਹੈਗਾ ਇੱਥੇ ਮਾਨਸਾ ਰੱਖਿਆ ਸੀ। ਇਨ ਦੀ ਬਿਟਵੀਨ ਜਦੋਂ ਉਹ ਲੈ ਕੇ ਵਾਪਸ ਆ ਰਿਹਾ ਸੀ ਉਹਦੀ ਟਰਾਂਸਫਰ ਹੋ ਗਈ। ਤਾਂ ਕੁੱਲ ਮਿਲਾ ਕੇ ਜਿਹੜਾ ਹੈਗਾ ਇਹਦੀ ਕਸਟਡੀ ਹੈ ਜਿਹੜੀ ਉਹ CIA ਸਟਾਫ ਦੇ ਇੰਸਪੈਕਟਰ ਪਿਰਤਪਾਲ ਦੇ ਕੋਲ ਸੀ। ਹੁਣ ਪਿਰਤਪਾਲ ਬਾਰੇ ਜੇ ਆਪਾਂ ਨਜ਼ਰ ਮਾਰੀਏ ਤਾਂ ਪਿਰਤਪਾਲ ਵੀ ਜੇ ਅਸੀਂ ਉਹਨੂੰ ਕਹਿ ਦਈਏ ਉਹ ਰੈਗੂਲਰ ਇੰਸਪੈਕਟਰ ਨਹੀਂ ਸੀ, ਉਹ ORP ਰੈਂਕ ਦਾ ਸੀ, ਟੈਂਪਰੇਰੀ ਜਿਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ, ਔਰ ਪਿਰਤਪਾਲ ਨੂੰ ਬੜਾ ਕਾਬਲ ਅਫਸਰ ਸਮਝਿਆ ਜਾਂਦਾ ਸੀ। ਇੱਥੋਂ ਤੱਕ ਕਿ ਜਿਹੜਾ ਮਨਪ੍ਰੀਤ ਮੰਨੂ ਤੇ ਜਗਰੂਪ ਰੂਪੇ ਦਾ ਇਨਕਾਊਂਟਰ ਹੋਇਆ ਸੀ ਭਕਨਾ ਪਿੰਡ ਦੇ ਵਿੱਚ, ਉਹਦੇ ਪਿੱਛੇ ਵੀ ਕਹਿੰਦੇ ਇਹਦੀ ਕਾਰਵਾਈ ਸੀ। ਲੇਕਿਨ ਇਹਨੇ ਕਿੰਨੇ ਹਲਕੇ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਲਿਆ। ਇੱਕ ਨਹੀਂ, ਜਿਸ ਦਿਨ ਇਹ ਭੱਜਿਆ ਉਸ ਦਿਨ ਦੀ ਗੱਲ ਨਹੀਂ, ਉਹ ਤੋਂ ਪਹਿਲਾਂ ਲਗਾਤਾਰ 3 ਰਾਤਾਂ ਉਹ ਇਹਨੂੰ ਆਪਣੇ ਨਾਲ ਲੈ ਕੇ ਆਉਂਦਾ ਰਿਹਾ। ਕੋਈ ਸਿਕਿਉਰਿਟੀ ਨਾਲ ਨਹੀਂ ਹੁੰਦੀ ਸੀ, ਆਪਣੀ ਵਰੇਜ਼ਾ ਗੱਡੀ 'ਚ ਬਿਠਾਉਂਦਾ, ਲੈ ਆਉਂਦਾ। ਝੁਨੀਰ ਜਿਹੜਾ ਹੈਗਾ ਜਿੱਥੋਂ ਇਹ ਫਰਾਰ ਹੋਇਆ, ਝੁਨੀਰ ਨੂੰ ਜੇ ਮੈਂ ਤੁਹਾਨੂੰ ਨਕਸ਼ੇ ਦੇ ਤੌਰ 'ਤੇ ਦੱਸਾਂ ਤਾਂ ਝੁਨੀਰ ਸਰਦੂਲਗੜ੍ਹ ਦੇ ਕੋਲ ਇੱਕ ਕਸਬਾ ਛੋਟਾ ਜਿਹਾ, ਔਰ ਇਸ ਕਸਬੇ ਤੋਂ ਜੇ ਅਸੀਂ ਬਾਰਡਰ ਦਾ ਦੇਖੇ ਡਿਸਟੈਂਸ ਕਿੰਨਾ, ਹਰਿਆਣੇ ਦਾ ਬਾਰਡਰ ਸਿਰਫ 10-12 ਕਿਲੋਮੀਟਰ ਰਹਿ ਜਾਂਦਾ ਹੈ। 10-12 ਕਿਲੋਮੀਟਰ ਤੁਸੀਂ ਹਰਿਆਣੇ ਦੇ ਬਾਰਡਰ 'ਤੇ ਰੱਖੀ ਬੈਠੇ ਹੋ। ਔਰ ਨਾਲ ਆਪਾਂ ਇਹ ਵੀ ਜਾਣਦੇ ਹਾਂ ਕਿ ਰਾਜਸਥਾਨ ਜਿਹੜਾ ਬਿਸ਼ਨੋਈ ਗੈਂਗ ਦਾ ਹੈੱਡਕੁਆਟਰ ਹੈ, ਸਾਰੀਆਂ ਦਾ ਸਾਰਾ ਕੰਮ ਉੱਥੋਂ ਆਪਰੇਟ। ਜੇ ਤੁਸੀਂ ਪੰਜਾਬ 'ਚੋਂ ਨਿਕਲ ਕੇ ਹਰਿਆਣੇ 'ਚ ਵੜ ਗਏ, ਹਰਿਆਣੇ ਤੇ ਰਾਜਸਥਾਨ ਦਾ ਬਹੁਤਾ ਫਰਕ ਹੈ ਨਹੀਂ ਗਾ, ਕੁਛ ਕਿਲੋਮੀਟਰ ਦਾ ਹੀ ਫਰਕ ਹੈ। ਅਤੇ ਉੱਥੇ ਲਿਜਾ ਕੇ ਤੁਸੀਂ ਇਹਨੂੰ ਰਾਤ ਨੂੰ, ਇੱਕ ਬੈਂਕ ਹੈ, ਬੈਂਕ ਦੇ ਉੱਪਰ ਇੱਕ ਗੈਸਟ ਹਾਊਸ ਟਾਈਪ ਬਣਿਆ ਹੋਇਆ, ਉੱਥੇ ਰੱਖਦੇ ਹੈ। ਇੱਕ ਰਾਤ ਰੱਖੀ, 2 ਰੱਖੀ, 3 ਰੱਖੀ। ਹੁਣ ਜਿਹੜੀ ਬੜੀ ਖਤਰਨਾਕ ਗੱਲ ਆ ਰਹੀ ਹੈ, ਇੱਕ ਲੜਕੀ ਦਾ ਨਾਮ ਆ ਰਿਹਾ ਇਹਦੇ 'ਚ ਕਿ ਇੱਕ ਬੀਬੀ ਸੀ, ਉਸ ਬੀਬੀ ਉਹ ਸ਼ਾਇਦ ਇਹਦੀ ਗਰਲਫਰੈਂਡ ਸੀ, ਉਹਨੂੰ ਮਿਲਵਾ ਰਿਹਾ SHO ਜਾਂ ਜਿਹੜਾ CIA ਸਟਾਫ ਦਾ ਇੰਸਪੈਕਟਰ ਇੰਚਾਰਜ ਹੈ। SHO ਮੈਂ ਇਸ ਕਰਕੇ ਕਹਿੰਦਾ ਕਿ ਜਿਹੜਾ CIA ਸਟਾਫ ਹੁੰਦਾ ਨਾ, ਅਸਲ ਦੇ ਵਿੱਚ CIA ਸਟਾਫ ਇੱਕ ਅਜਿਹਾ ਥਾਣਾ ਹੁੰਦਾ ਹੈ ਜਿਸ ਥਾਣੇ, ਜਿਹੜਾ ਥਾਣਾ ਸਿੱਧਾ SSP ਦਾ ਥਾਣਾ ਕਿਹਾ ਜਾਂਦਾ ਹੈ। ਕੋਈ ਵੀ ਮਾਮਲਾ ਜਿਹੜਾ ਹਾਈ ਪ੍ਰੋਫਾਈਲ ਮਾਮਲਾ ਹੋਵੇ, ਅਕਸਰ SSP ਉਹ CIA ਵਾਲਿਆਂ ਨੂੰ ਦਿੰਦਾ ਹੁੰਦਾ ਹੈ।
ਹੁਣ ਉਹੀ ਜਿਹੀ ਜਗ੍ਹਾ ਤੋਂ ਲੈ ਕੇ ਇਸ ਬੰਦੇ ਨੂੰ ਉੱਥੇ ਰੱਖਣਾ, ਤੇ ਜਿਵੇਂ ਉਹਦਾ ਫਰਾਰ ਹੋਇਆ, ਮੈਂ ਕਹੂੰਗਾ ਫਰਾਰ ਹੋਇਆ ਨਹੀਂ, ਫਰਾਰ ਕਰਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ, ਭਾਵੇਂ ਉਹਨੇ ਅਣਗਹਿਲੀ 'ਚ ਕੀਤਾ, ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਕਿ ਮੁੱਢਲੇ ਪੜਾਅ ਦੇ ਵਿੱਚ SSP ਇਸ ਪ੍ਰਿਤਪਾਲ ਸਿੰਘ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੱਕ ਵਿੱਚ ਨਹੀਂ ਸੀ। ਕਿਹਾ ਜਾਂਦਾ ਕਿ ਉਹ ਆਪਣੇ ਜਿਹੜੇ ਸੀਨੀਅਰ ਆਫੀਸਰ ਹੈ ਉਹਨਾਂ ਨੂੰ ਕਨਵਿੰਸ ਕਰਨ ਤੇ ਲੱਗਿਆ ਹੋਇਆ ਸੀ ਕਿ ਬੰਦਾ ਬੜਾ ਕੰਮ ਦਾ ਜਿੰਨਾ ਮਰਜ਼ੀ ਹੋਵੇ। ਇਹਦੇ ਨਾਲ ਥੋੜ੍ਹੀ ਜਿਹੀ ਆਪਾਂ ਨੂੰ ਜਿਹੜੀ ਹੈ ਨਾ CIA ਸਟਾਫਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ 'ਤੇ ਵੀ ਜ਼ਿਕਰ ਕਰਨਾ ਪੈਣਾ। ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਪੁਲਿਸ ਨਾਲ ਬੜਾ ਵਾਹ ਪਿਆ, ਬੜੇ ਵੱਡੇ ਆਫੀਸਰਸ ਨਾਲ ਵਾਹ ਪਿਆ ਵੈ। ਮੈਂ ਇਹ ਦੇਖਿਆ ਕਿ ਇੱਕ ਵਾਰੀ ਜਿਹੜਾ ਬੰਦਾ CIA ਸਟਾਫ ਦੇ ਵਿੱਚ ਚਲਾ ਗਿਆ, ਉਹ ਕਦੇ ਵੀ ਆਮ ਥਾਣੇ ਦੇ ਵਿੱਚ ਨਹੀਂ ਲੱਗਦਾ, ਚਾਹੇ ਉਹ ਕਨਸਟੇਬਲ ਹੈ, ਚਾਹੇ ਹੈਡ ਕਨਸਟੇਬਲ ਹੈ, ASI ਹੈ, ਸਬ ਇੰਸਪੈਕਟਰ ਜਾਂ ਇੰਸਪੈਕਟਰ ਤੱਕ ਹੈ। ਜਿਹੜਾ ਇਸ ਲਾਈਨ ਦੇ ਵਿੱਚ ਪੈ ਗਿਆ, ਜਿਹਦੀ ਟਰਾਂਸਫਰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਹੁੰਦੀ ਹੈ, ਤਾਂ ਦੂਜੇ ਜ਼ਿਲ੍ਹੇ ਦੇ ਵਿੱਚ ਵੀ ਜਾ ਕੇ ਉਹਨੂੰ CIA ਦਾ ਇੰਚਾਰਜ ਹੀ ਲਾਇਆ ਜਾਊ। ਔਰ ਜਿਹੜੀ ਇਸ ਵੇਲੇ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਗੈਂਗਸਟਰਾਂ ਦੇ ਕੋਲ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਕਿੱਦਾਂ ਪਹੁੰਚਦੇ ਹੈ। ਉਹ ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਇੰਟਰਵਿਊ ਸੁਣੀ ਹੋਣੀ, ਉਹਨੇ ਕਿਹਾ ਸੀ ਜੀ ਏਜੰਸੀਆਂ ਵਾਲੇ ਭੇਜਦੇ ਹੈ। ਮੇਰਾ ਮੰਨਣਾ ਇਕੱਲਾ ਏਜੰਸੀਆਂ ਵਾਲੇ ਨਹੀਂ ਭੇਜਦੇ, CIA ਸਟਾਫ ਵਾਲੇ ਆ ਜਿਹੜੇ, ਇਹ ਵੀ ਜਿਹੜੇ ਗੈਂਗਸਟਰ ਹੈ, ਗੈਂਗਸਟਰਾਂ ਨੂੰ ਕਿਉਂਕਿ ਲਗਾਤਾਰ ਡੀਲ ਕਰਦੇ ਹੈ, ਚਾਹੇ ਉਹ ਫਿਰੋਜ਼ਪੁਰ 'ਚ ਹੋਣ, ਚਾਹੇ ਉਹ ਬਠਿੰਡੇ 'ਚ ਹੋਣ, ਚਾਹੇ ਉਹ ਪਟਿਆਲੇ 'ਚ ਹੋਣ, ਲੁਧਿਆਣੇ 'ਚ ਹੋਣ, ਅੰਮ੍ਰਿਤਸਰ 'ਚ ਹੋਣ। ਇਹ ਉਹੀ ਇਹਨਾਂ ਦਾ ਇੱਕ ਆਪਣਾ ਜਿਹੜਾ ਸਰਕਲ ਬਣਿਆ ਹੋਇਆ, ਉਹੀ ਡੀਲ ਕਰਦੇ, ਉਹਨਾਂ ਦੇ ਸੰਬੰਧ ਬਣ ਜਾਂਦੇ। ਫਿਰ ਦੂਜੇ ਗੈਂਗ ਦੀ ਇਨਫੋਰਮੇਸ਼ਨ ਲੈਣ ਵਾਸਤੇ ਉਹਨਾਂ ਨੂੰ ਉਹ ਮੋਬਾਈਲ ਵਗੈਰਾ ਪ੍ਰੋਵਾਈਡ ਕਰਾਉਂਦੇ ਹੈ। ਇਹ ਹੁਣ ਸਾਂਝ ਇਹਦੇ ਨਾਲ ਪਤਾ ਨਹੀਂ 4 ਜੁਲਾਈ ਦਾ ਇਹ ਬੰਦਾ ਹੈ, ਕਦੋਂ ਦੀ ਸਾਂਝ ਬਣੀ ਹੋਈ ਸੀ ਤੇ ਕਿਵੇਂ ਇਸ ਬੰਦੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਮੈਂ ਇਸ ਕਰਕੇ ਕਹਿੰਦਾ ਕਿ ਭਾਵੇਂ ਅਣਗਹਿਲੀ ਹੋਈ ਹੈ ਉਹ ਤੋਂ, ਲੇਕਿਨ ਉਹਨੇ ਇੱਕ ਬਹੁਤ ਵੱਡੀ ਇੱਕ ਅਣਗਹਿਲੀ ਜਿਹੜੀ ਹੈਗੀ, ਇਹਨੂੰ ਆਪਾਂ ਸਧਾਰਨ ਕੁਤਾਹੀ ਨਹੀਂ ਕਹਿ ਸਕਦੇ, ਇਹਨੂੰ ਮੁਜਰਮਾਨਾ ਕੁਤਾਹੀ ਕਹਾਂਗੇ, ਕ੍ਰਿਮੀਨਲ ਜਿਹੜੀ ਹੈਗੀ ਨੈਗਲੀਜੈਂਸ ਕਹਾਂਗੇ, ਕਿਉਂਕਿ ਜਿਹੜੇ ਬੰਦੇ ਬਾਰੇ ਪਤਾ ਕਿ ਉਹਨੇ ਇੰਨੇ ਬੰਦੇ ਮਾਰੇ ਤੇ ਕਿੰਨੇ ਬੰਦੇ ਹੋਰ ਮਾਰ ਸਕਦਾ ਹੈ, ਔਰ ਉਸ ਬੰਦੇ ਨੂੰ ਤੁਸੀਂ ਇਹਨਾਂ ਲਾਈਟਲੀ ਲੈਂਦੇ ਹੋ। ਹੁਣ ਉਹ ਬੰਦਾ ਨਿਕਲ ਗਿਆ, ਨਿਕਲਣ ਤੋਂ ਬਾਅਦ ਬੇਸ਼ੱਕ ਇਹਨੂੰ ਡਿਸਮਿਸ ਕਰ ਦਿੱਤਾ ਹੈ, ਲੇਕਿਨ ਡਿਸਮਿਸ ਕਰਨ ਦਾ ਮਤਲਬ ਇਹ ਨਹੀਂ ਕਿ ਮਾਮਲਾ ਇੱਥੇ ਮੁੱਕ ਗਿਆ। ਲੋੜ ਇਸ ਗੱਲ ਦੀ ਹੈ ਕਿ ਆਪਰੇਸ਼ਨ ਜਿਹੜਾ ਹੈਗਾ ਮੁਕੰਮਲ ਕੀਤਾ ਜਾਵੇ। ਲਗਭਗ ਸਾਰੇ ਹੀ CIA ਸਟਾਫਾਂ ਦੇ ਵਿੱਚ ਟੈਰਰਿਸਟਾਂ ਦੇ ਨਾਲ, ਗੈਂਗਸਟਰਾਂ ਦੇ ਨਾਲ ਇਹਨਾਂ ਦੇ ਸੰਬੰਧ ਕੀ ਹੈ, ਇਹ ਦੇਖਣਾ ਪੈਣਾ। ਇਹਦੇ ਨਾਲ ਹੀ ਕੋਮਤਾ ਜੀ, ਗੱਲ ਤੁਸੀਂ ਪਿਛਲੇ ਦਿਨਾਂ 'ਚ ਇੱਕ ਸਟੇਟਮੈਂਟ ਪੜ੍ਹੀ ਹੋਣੀ ਹੈ ਪੰਜਾਬ ਦੇ DGP ਮਿਸਟਰ ਗੌਰਵ ਯਾਦਵ ਹੋਣਾ ਦੀ। ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ, ਇਹਨੂੰ ਬਹੁਤ ਵੱਡੀ ਥ੍ਰੈਟ ਹੈ, ਔਰ ਉਹਨਾਂ ਨੇ ਮੰਨਿਆ ਸੀ ਕਿ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੰਜਾਬ ਦੇ ਗੈਂਗਸਟਰ ਤੇ ਟੈਰਰਿਸਟ, ਉਹਨਾਂ ਦੀ ਆਪਸ ਵਿੱਚ ਕੋਆਰਡੀਨੇਸ਼ਨ ਬਣ ਚੁੱਕੀ ਹੈ। ਪਹਿਲਾਂ ਕੋਆਰਡੀਨੇਸ਼ਨ ਇਹ ਹੁੰਦੀ ਸੀ ਕਿ ਪੰਜਾਬ ਦੇ ਜਿਹੜੇ ਹੈਗੇ ਆ ਖਾੜਕੂ ਜਾਂ ਟੈਰਰਿਸਟ ਕਹਿ ਦਈਏ, ਆਪਾਂ ਕਸ਼ਮੀਰ ਦੇ ਟੈਰਰਿਸਟ ਕਹਿ ਦਈਏ, ਉਹਨਾਂ ਦੀ ਕੋਆਰਡੀਨੇਸ਼ਨ ਬਣੀ ਹੁੰਦੀ ਸੀ। ਹੁਣ ਕਿਉਂਕਿ ਪੰਜਾਬ ਦੇ ਵਿੱਚ ਟੈਰਰਿਸਟਾਂ ਨੂੰ ਉਸ ਲੈਵਲ ਦੀ ਜਿਹੜੀ ਹੈਗੀ ਹੈ ਉਹ ਨਫਰੀ ਨਹੀਂ ਮਿਲ ਰਹੀ, ਉਸ ਕਿਸਮ ਦੇ ਰਿਕਰੂਟ ਉਹਨਾਂ ਨੂੰ ਨਹੀਂ ਮਿਲ ਰਹੇ, ਤੇ ਰਿਕਰੂਟ ਜ਼ਿਆਦਾ ਜਿਹੜੇ ਹੈਗੇ ਆ ਉਹ ਗੈਂਗਸਟਰਾਂ ਕੋਲ ਜਾਂਦੇ। ਉਹਨਾਂ ਦੀ ਜਿਹੜੀ ਆਪਸੀ ਕੋਆਰਡੀਨੇਸ਼ਨ ਬਣੀ ਵੀ ਹੈ, ਤੇ ਇਸ ਕੋਆਰਡੀਨੇਸ਼ਨ ਦੇ ਚੱਲਦਿਆਂ ਇਹਨਾਂ ਹਲਕੇ ਦੇ ਵਿੱਚ ਇਹਨੂੰ ਲੈਣਾ, ਇਹ ਤੋਂ ਪਤਾ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਹੋ ਸਕਦਾ ਹੈ। ਅੱਜ ਵਿਧਾਨ ਸਭਾ ਦਾ ਇਜਲਾਸ ਜਿਹੜਾ ਹੈਗਾ ਫਾਈਨਲ ਹੈ, ਔਰ ਉਸ ਇਜਲਾਸ ਦੇ ਵਿੱਚ ਵੀ ਇਸ ਮਾਮਲੇ ਨੂੰ ਲਿਆ ਹੋਇਆ ਹੈ, ਔਰ ਨਾਲ ਇਸ ਗੱਲ ਦੇ ਉੱਤੇ ਕਿ ਤੁਸੀਂ ਇੱਕ ਸਵਾਲ ਕੀਤਾ ਸੀ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਹੈ, ਪੰਜਾਬ ਪੁਲਿਸ ਜ਼ਿੰਮੇਵਾਰ ਹੈ ਜਾਂ ਹਕੂਮਤ ਜ਼ਿੰਮੇਵਾਰ ਹੈ। ਮੇਰਾ ਮੰਨਣਾ ਹੈ ਕਿ ਜੇ ਤੁਹਾਡੇ ਕੋਲੇ ਜਰਨੈਲ ਤਕੜਾ ਹੋਵੇ ਤਾਂ ਤੁਹਾਡੇ ਸਿਪਾਹੀ ਫੇਰ ਹੀ ਕੰਮ ਕਰ ਸਕਦੇ ਹੈ। ਜੇ ਤੁਹਾਡਾ ਜਰਨੈਲ ਕਮਜ਼ੋਰ ਹੋਊਗਾ ਤਾਂ ਕਦੇ ਵੀ ਤੁਹਾਡੇ ਸਿਪਾਹੀ ਤੁਹਾਡੀਆਂ ਹੇਠਲੀਆਂ ਫੌਜਾਂ ਕੰਮ ਨਹੀਂ ਕਰ ਸਕਦੀਆਂ। ਜੇ ਤੁਹਾਡਾ ਸ਼ਾਸਕ ਮਜ਼ਬੂਤ ਹੈ, ਤੁਹਾਡੇ ਸ਼ਾਸਕ ਦੇ ਕੋਲੇ ਤਜਰਬਾ ਹੈ, ਤੁਹਾਡੇ ਸ਼ਾਸਕ ਨੇ ਲਾਅ ਐਂਡ ਆਰਡਰ ਦੇ ਉੱਤੇ ਪੂਰਾ ਆਪਣਾ ਧਿਆਨ ਕੇਂਦਰਿਤ ਕੀਤਾ ਹੋਵੇ, ਤਾਂ ਕਦੇ ਵੀ ਨਹੀਂ ਹੋ ਸਕਦਾ। ਆਪਾਂ ਕੈਪਟਨ ਅਮਰਿੰਦਰ ਸਿੰਘ ਬੇਆਬਰੂ ਹੋ ਕੇ ਪੰਜਾਬ ਦੀ ਪੋਲੀਟਿਕਸ ਦੇ ਵਿੱਚੋਂ ਇੱਕ ਤਰ੍ਹਾਂ ਕਿਨਾਰੇ ਤੇ ਹੋਈ ਹੈ, ਲੇਕਿਨ ਇਹ ਆਪਾਂ ਨੂੰ ਮੰਨਣਾ ਪੈਣਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ ਦੇ ਵਿੱਚ ਉਹਦਾ ਆਪਣੀ ਫੋਰਸ ਦੇ ਉੱਤੇ ਪੂਰਾ ਕੰਟਰੋਲ ਸੀ। ਕਿਤੇ ਵੀ ਕੁਛ ਹੁੰਦਾ ਸੀ ਉਹ ਕਹਿੰਦਾ ਸੀ ਕਿ ਹਾਂ ਮੇਰੇ ਆਫੀਸਰ ਨੇ ਕੀਤੀ, ਉਹਦੀ ਰਿਸਪੌਂਸਿਬਿਲਿਟੀ ਉਹ ਆਪ ਲੈਂਦਾ ਸੀ। ਔਰ ਬਿਕਰਮ ਬਰਾੜ ਬਾਰੇ ਆਪਾਂ ਜਾਣਦੇ ਕਿ ਜਿਸ ਤਰ੍ਹਾਂ ਬਿਕਰਮ ਬਰਾੜ ਨੇ ਇੱਕੋ ਮੁੰਡੇ ਦਾ ਇਨਕਾਊਂਟਰ ਹੋਇਆ ਸੀਗਾ ਰਾਜਸਥਾਨ ਦੀ ਸਰਹੱਦ ਦੇ ਉੱਤੇ, ਗਾਉਂਡਰ ਦਾ, ਵਿੱਕੀ ਗਾਉਂਡਰ ਦਾ, ਉਹ ਤੋਂ ਬਾਅਦ ਉਹਨੂੰ ਇੰਸਪੈਕਟਰ, ਸਬ ਇੰਸਪੈਕਟਰ ਜਾਂ ਇੰਸਪੈਕਟਰ ਸੀ, ਉਹਨੂੰ ਸਿੱਧਾ ਚੱਕ ਕੇ ਜਿਹੜਾ ਦੁਬਾਰਾ ਰੀਐਮਪਲੋਏ ਕੀਤਾ ਗਿਆ, ਉਸ ਬੰਦੇ ਨੂੰ DSP ਬਣਾਇਆ ਗਿਆ। ਜਦੋਂ ਤੁਸੀਂ ਇਸ ਤਰ੍ਹਾਂ ਆਪਣੀ ਫੋਰਸ ਨੂੰ ਥੋੜ੍ਹਾ ਸ਼ਾਬਾਸ਼ ਦਿਓਗੇ, ਉਹਨਾਂ ਨੂੰ ਇਨਸੈਂਟਿਵ ਦਿਓਗੇ, ਤਾਂ ਨੈਚੁਰਲੀ ਉਹ ਕੰਮ ਕਰਨਗੇ। ਇੱਥੇ ਹੁਣ ਇਹ ਦੇਖੋ ਕਿ ਸਾਡੇ ਚੀਫ ਮਿਨਿਸਟਰ ਸਾਹਿਬ, ਇਹ ਠੀਕ ਹੈ ਕਿ ਉਹ ਇੱਕ ਨੈਸ਼ਨਲ ਪਾਰਟੀ ਦੇ ਨਾਲ ਜੁੜੇ ਹੋਏ ਹੈ। ਚੀਫ ਮਿਨਿਸਟਰ ਸਾਹਿਬ ਇਸ ਵੇਲੇ ਕਿੱਥੇ, ਉੱਥੇ ਜੀ ਗੁਜਰਾਤ ਫਿਰਦੇ, ਉਹ ਗੁਜਰਾਤ ਫਿਰਦੇ ਤੇ ਪਛਾਂ ਥੱਲੇ ਹੋ ਕੀ ਰਿਹਾ। ਅੱਜ ਹੁਣ ਮੈਨੂੰ ਬੜੀ ਉਹ ਟਿੱਪਣੀ ਜਿਹੜੀ ਹੈ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਟਿੱਪਣੀ ਆ ਰਹੀ ਹੈ, ਉਹਨਾਂ ਨੇ ਇੱਕ ਸ਼ਾਇਦ ਉਹ ਗਾਇਕ ਹੈ ਕੋਈ, ਅਲਫਾਜ਼ ਕੇ ਕੁਛ ਇਹੋ ਜਿਹਾ ਨਾਂ ਹੈ, ਉਹਦੇ ਤੇ ਹਮਲਾ ਹੋਇਆ, ਕਹਿੰਦਾ ਅਲਫਾਜ਼ ਤੇ ਹਮਲਾ ਹੋ ਗਿਆ, ਜਿਹੜਾ ਤੁਹਾਡਾ ਇੱਕ ਗੈਂਗਸਟਰ ਫਰਾਰ ਹੋ ਗਿਆ। ਔਰ ਸਾਡੇ ਜਿਹੜੇ ਹੈਗੇ ਆ ਚੀਫ ਮਿਨਿਸਟਰ ਸਾਹਿਬ
ਜਿਨ੍ਹਾਂ ਦੇ ਕੋਲ ਹੋਮ ਦਾ ਡਿਪਾਰਟਮੈਂਟ ਹੈ ਤੇ ਗੁਜਰਾਤ ਦੇ ਵਿੱਚ ਨੱਚ ਰਹੇ ਹੈ ਗਰਬਾ ਕਰ ਰਹੇ ਨੇ। ਬਾਰ-ਬਾਰ। ਇਹ ਹੁਣ ਇਹ ਤੁਸੀਂ ਦੇਖੋ ਇਹ ਕਿਸ ਪਾਸੇ ਨੂੰ ਗੱਲ ਜਾ ਰਹੀ ਹੈ। ਸੋ ਮੇਰੇ ਖਿਆਲ ਮੁਤਾਬਕ ਇਹ ਦੋਨਾਂ ਪੱਖਾਂ ਤੋਂ ਹੈ। ਹਾਲਾਂਕਿ ਡੀਜੀਪੀ ਗੌਰਵ ਯਾਦਵ ਹੋਣੀ ਉਹ ਕਾਫੀ ਕੋਸ਼ਿਸ਼ ਕਰ ਰਹੇ ਹੈ। ਤੁਸੀਂ ਦੇਖੋ ਜਦੋਂ ਦਾ ਉਹਨਾਂ ਨੇ ਚਾਰਜ ਲਿਆ ਉਹ ਵੱਖ-ਵੱਖ ਥਾਵਾਂ ਤੇ ਜਾਂਦੇ ਹੈ, ਜਿੱਥੇ ਵੀ ਕੋਈ ਵੱਡੀ ਵਾਰਦਾਤ ਹੁੰਦੀ ਹੈ ਉੱਥੇ ਜਾਂਦੇ। ਕੱਲ੍ਹ ਵੀ ਡੀਜੀਪੀ ਨੇ ਫੌਰਨ ਜਿਹੜਾ ਹੈਗਾ ਡਿਸਮਿਸ ਕਰਨ ਵਾਲੀ ਇੱਕ ਜਿਹੜੀ ਬਹਾਦਰੀ ਵਾਲੀ ਗੱਲ ਕੀਤੀ ਹੈ, ਡਿਸਮਿਸ ਕਰਨਾ ਬਣਦਾ ਸੀ। ਪਰ ਨਾਲ ਇਹ ਗੱਲ ਵੀ ਵੇਖਣੀ ਚਾਹੀਦੀ ਹੈ ਕਿ ਜਿਹੜੇ ਆਫੀਸਰ ਹੋਰ ਰਿਸਪੌਂਸੀਬਲ ਹੈ, ਕੀ ਇਕੱਲਾ ਸਬ ਇੰਸਪੈਕਟਰ ਤੇ ਹੀ ਜਾਂ ਇੰਸਪੈਕਟਰ ਤੇ ਤੁਸੀਂ ਸਾਰਾ ਕੁਝ ਛੱਡ ਦਿਓਗੇ? ਜਿਹੜੇ ਐਡੇ ਤਕੜੇ ਗੈਂਗਸਟਰ ਆਫਟਰ ਆਲ ਉਹਨਾਂ ਨੂੰ ਕੋਈ ਚੈਕਿੰਗ ਵਾਲਾ ਸਟਾਫ ਤਾਂ ਹੈਗਾ ਨਾ, ਉਹਨਾਂ ਦੇ ਉੱਪਰ ਡੀਐਸਪੀ ਹੈ, ਐਸਪੀਡੀ ਹੈ, ਐਸਐਸਪੀ ਹੈ। ਇਹ ਕੀ ਕਰਦੇ ਹੈ? ਜੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ 3 ਦਿਨਾਂ ਤੋਂ ਇੱਕ ਏ ਕਲਾਸ ਦਾ ਜਿਹੜਾ ਹੈਗਾ ਗੈਂਗਸਟਰ ਉਹ ਉਹਨੂੰ ਐਸਐਚਓ ਦੀ ਉਹ ਮਹਿਮਾਨ ਨਵਾਜ਼ੀ ਕਰਦਾ ਔਰ ਐਸਐਚਓ ਉਹਨੂੰ ਜਾ ਕੇ ਹੈਗਾ ਜਾਂ ਜਿਹੜਾ ਇੰਸਪੈਕਟਰ ਹੈ ਜਾਂ ਜੋ ਇੰਚਾਰਜ CIA ਹੈ ਉਹ ਇਹਨੂੰ ਇੰਨਾ ਫੈਸਿਲੇਟ ਕਰ ਰਿਹਾ ਕਿ ਉਹਦੀ ਗਰਲਫ੍ਰੈਂਡ ਨੂੰ ਮਿਲਵਾ ਤੱਕ ਰਿਹਾ ਹੈ। ਇਹ ਬਹੁਤ ਭਿਆਨਕ ਜਿਹੜੀ ਹੈਗੀ ਕੋਤਾਹੀ ਹੈ। ਔਰ ਇੱਥੇ ਆ ਕੇ ਹੁਣ ਆਪਾਂ ਕਹਾਂਗੇ ਕਿ ਜਿਹੜੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਸਰਕਾਰ ਦੇ ਹੁੰਦਿਆਂ ਪੰਜਾਬ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ। ਜਿਸ ਬੰਦੇ ਨੇ 2 ਕਰੋੜ ਰੁਪਈਆ ਜਿਹੜਾ ਬੰਦਾ ਸਾਲ ਦਾ ਇਨਕਮ ਟੈਕਸ ਅਦਾ ਕਰਦਾ ਹੋਵੇ ਉਹ ਬੰਦਾ ਮਾਰਿਆ ਜਾਵੇ ਤੇ ਉਹਦੇ ਮੁਲਜ਼ਮਾਂ ਨੂੰ ਇਸ ਤਰ੍ਹਾਂ ਬੜੇ ਲਾਈਟਲੀ ਲਿਆ ਜਾਵੇ, ਮੇਰੇ ਖਿਆਲ ਮੁਤਾਬਕ ਇਹਦੇ ਨਾਲ ਤਾਂ ਕੋਈ ਵੱਡੀ ਅਣਗਹਿਲੀ ਹੋ ਨਹੀਂ ਸਕਦੀ। ਜੀ ਬਿਲਕੁਲ ਸਰ, ਸਿੱਧੂ ਮੂਸੇਵਾਲਾ ਜਿਹੜਾ ਕਤਲकांड ਨੂੰ 4 ਮਹੀਨੇ ਹੋ ਚੱਲੇ। ਸੋ ਅਸੀਂ ਹਰ ਰੋਜ਼ ਸੁਣਦੇ ਹਾਂ ਕਿ ਰੋਜ਼ ਕੋਈ ਨਾ ਕੋਈ ਫੜਿਆ ਜਾਂਦਾ ਹੈ, ਫਿਰ ਉਹਦਾ ਜਿਹੜਾ ਪੁਲਿਸ ਰਿਮਾਂਡ ਲਿਆ ਜਾਂਦਾ ਹੈ, ਫਿਰ ਉਹਦਾ ਪ੍ਰੋਡਕਸ਼ਨ ਵਾਰੰਟ ਇੱਧਰੋਂ ਉੱਧਰ ਜਿਹੜਾ ਗੈਂਗਸਟਰਾਂ ਨੂੰ ਘੁਮਾਇਆ ਜਾਂਦਾ ਹੈ। ਸੋ ਇਹ ਖਬਰਾਂ ਸੁਣ ਰਹੇ ਹਾਂ। ਜਿਸ ਤਰੀਕੇ ਨਾਲ ਉਹਦੇ ਮਾਪਿਆਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਸਾਨੂੰ ਇਨਸਾਫ ਦੀ ਉਮੀਦ ਨਹੀਂ, ਫਿਰ ਚਾਹੇ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਵੀ ਕੇਸ ਦੇਖ ਲਈਏ, ਉਸ ਤੋਂ ਬਾਅਦ ਇਹੀ ਆ ਕਿ ਜੀ ਅਸੀਂ ਕੋਰਟ ਵਿੱਚ ਜਿਹੜਾ ਉਹਨਾਂ ਨੂੰ ਉਹ ਕਰ ਦਿੱਤਾ, ਪੇਸ਼ ਕਰ ਦਿੱਤਾ, ਅਸੀਂ ਰਿਮਾਂਡ ਲੈ ਲਿਆ। ਕੀ ਲੱਗਦਾ ਹੈ ਕਿ ਇਹ ਇੰਨੀ ਦੇਰੀ ਜਦੋਂ ਇੰਨਾ ਇਹੋ ਜਿਹੇ ਸੰਜੀਦਾ ਕੇਸਾਂ ਵਿੱਚ ਹੁੰਦੀ ਆ, ਕੀ ਮੈਸੇਜ ਜਾਂਦਾ ਹੈ ਕਿ ਲੋਕਾਂ ਦਾ ਭਰੋਸਾ ਨਹੀਂ ਉੱਠਦਾ ਫਿਰ ਪ੍ਰਸ਼ਾਸਨ ਤੋਂ, ਸਰਕਾਰ ਤੋਂ? ਬਿਲਕੁਲ ਭਰੋਸਾ ਉੱਠਦਾ। ਤੁਸੀਂ ਇਹ ਦੇਖੋ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਪਹਿਲੀ ਗੱਲ ਤਾਂ ਉਸ ਵੇਲੇ ਦੇ DGP ਸਾਹਿਬ ਨੇ ਕਹਿਤਾ ਸੀ ਜੀ ਇਹ ਤਾਂ ਗੈਂਗਸਟਰਾਂ ਦੀ ਲੜਾਈ ਹੈ। ਤੁਸੀਂ ਹਾਲੇ ਤੱਕ ਇਨਫੋਰਮੇਸ਼ਨ ਪ੍ਰੋਪਰ ਤੁਹਾਡੇ ਕੋਲ ਪਹੁੰਚੀ ਨਹੀਂ, ਨਾਲ ਦੀ ਨਾਲ ਇੱਕ ਬਿਆਨ ਦੇ ਦਿੱਤਾ। ਉਸ ਬਿਆਨ ਤੋਂ ਬਾਅਦ ਜਦੋਂ ਉਹਦੇ ਤੇ ਪ੍ਰਤੀਕਰਮ ਹੁੰਦਾ, ਲੋਕਾਂ ਦਾ ਗੁੱਸਾ ਜ਼ਾਹਰ ਹੁੰਦਾ, ਪਰਿਵਾਰ ਦਾ ਗੁੱਸਾ ਜ਼ਾਹਰ ਹੁੰਦਾ, ਤੇ ਫਿਰ DGP ਸਾਹਿਬ ਚੀਫ ਮਿਨਿਸਟਰ ਦੇ ਕਹਿਣ ਦੇ ਉੱਤੇ ਥੋੜ੍ਹੀ ਜਿਹੀ ਖਿਮਾ ਜਾਚਨਾ ਵੀ ਕਰਦੇ ਹੈ। ਫਿਰ ਲਗਾਤਾਰ ਜੇ ਆਪਾਂ ਦੇਖੀਏ ਤਾਂ ਕੀਤਾ ਕੀ ਹੈ, ਪੰਜਾਬ ਪੁਲਿਸ ਨੇ ਇਸ ਕੇਸ ਨੂੰ ਕਰੈਕ ਕਰਨ ਵਾਸਤੇ ਕਿੰਨੀ ਕੁ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਹਾਲਾਂਕਿ ਇਹ ਮੰਨਿਆ ਜਾਂਦਾ ਕਿ ਪੰਜਾਬ ਪੁਲਿਸ ਦੇਸ਼ ਦੀ ਮੰਨੀ ਹੋਈ ਫੋਰਸ ਹੈ, ਲੇਕਿਨ ਇਸ ਕੇਸ ਨੂੰ ਜੇ ਟਰੇਸ ਕੀਤਾ ਹੈ ਜਾਂ ਇਹਨੂੰ ਕਰੈਕ ਕੀਤਾ ਹੈ ਤਾਂ ਉਹ ਕਿਹਨੇ ਕੀਤਾ? ਉਹ ਤਾਂ ਜੀ ਜਿਹੜਾ ਦਿੱਲੀ ਦਾ ਸਪੈਸ਼ਲ ਸੈੱਲ ਹੈ, ਦਿੱਲੀ ਪੁਲਿਸ ਦਾ, ਉਹਨਾਂ ਨੇ ਕੀਤਾ। ਜਦੋਂ ਦਿੱਲੀ ਦਾ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਤੇ ਉਸ ਵੇਲੇ ਤੁਸੀਂ ਦੇਖਿਆ ਹੋਣਾ ਸਾਡੇ ਭਾਈਚਾਰੇ ਦੇ ਸਾਡੇ ਸੱਜਣ ਮਿੱਤਰ ਬਹੁਤ ਸਾਰੇ ਲੋਕ ਇਸ ਗੱਲ ਤੇ ਇਤਰਾਜ਼ ਕਰਦੇ ਸੀ ਕਿ ਜੀ ਦਿੱਲੀ ਪੁਲਿਸ ਤਾਂ ਬਹੁਤ ਗਲਤ ਕਰ ਰਹੀ ਹੈ, ਦਿੱਲੀ ਪੁਲਿਸ ਤਾਂ ਜੀ ਇਹਨੂੰ ਕੇਸ ਨੂੰ ਖਰਾਬ ਕਰ ਰਹੀ ਹੈ, ਦਿੱਲੀ ਪੁਲਿਸ ਪੰਜਾਬ ਪੁਲਿਸ ਦੇ ਹਵਾਲੇ ਕਿਉਂ ਨਹੀਂ ਕਰਦੀ? ਹਰ ਫੋਰਸ, ਜਿਹੜੀ ਫੋਰਸ ਨੇ ਕਿਸੇ ਬੰਦੇ ਨੂੰ ਜਿੱਥੋਂ ਗ੍ਰਿਫਤਾਰ ਕੀਤਾ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹੀ ਉਹਦੀ ਮੁੱਢਲੀ ਪੁੱਛਗਿੱਛ ਕਰੇ, ਉਹਦੇ ਕੋਲੋਂ ਜੋ ਇਨਫੋਰਮੇਸ਼ਨ ਮਿਲਦੀ ਹੈ ਉਹ ਦੂਜੀ ਫੋਰਸ ਦੇ ਨਾਲ ਜਿਹੜੀ ਹੈ ਗੁਆਂਢੀ ਜਿਹੜੇ ਸੂਬੇ ਦੀ ਫੋਰਸ ਉਹਦੇ ਨਾਲ ਸਾਂਝੀ ਕਰੇ ਔਰ ਉਹ ਫੋਰਸ ਤੇ ਮਹਿਸੂਸ ਕਰਦੀ ਹੈ ਤਾਂ ਉਹਨਾਂ ਨੂੰ ਵਾਪਸ ਲੈ ਜੇ। ਇਹੀ ਕੁਛ ਹੈ। ਜਿੰਨੇ ਵੀ ਬੰਦੇ ਗ੍ਰਿਫਤਾਰ ਕੀਤੇ ਗਏ ਆ, ਜਿਹੜੇ ਟੌਪ ਦੇ ਬੰਦੇ ਹੈ, ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਦਿੱਲੀ ਪੁਲਿਸ ਦਾ, ਮਹਾਰਾਸ਼ਟਰ ਦੀ ਪੁਲਿਸ ਦਾ ਵੱਡਾ ਯੋਗਦਾਨ ਹੈ, ਪੰਜਾਬ ਪੁਲਿਸ ਦਾ ਯੋਗਦਾਨ ਨਹੀਂ ਰਿਹਾ। ਜੇ ਹੁਣ ਆਪਾਂ ਇਹ ਗੱਲ ਕਹੀਏ ਕਿ ਜਿਹੜੇ ਉਹਦੇ ਮਾਪੇ ਕਹਿੰਦੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਬਿਲਕੁਲ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਸ ਬੰਦੇ ਬਾਰੇ ਤੁਹਾਡੀਆਂ ਏਜੰਸੀਆਂ ਇਹ ਗੱਲ ਕਹਿੰਦੀਆਂ ਹੈ ਕਿ ਉਸ ਬੰਦੇ ਨੂੰ ਥ੍ਰੈਟ ਹੈ, ਉਸ ਬੰਦੇ ਦੀ ਤੁਸੀਂ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਕਟੌਤੀ ਕਿਉਂ ਕਰਦੇ ਹੋ? ਚਲੋ ਮੰਨ ਲਿਆ ਜੇ ਕਟੌਤੀ ਵੀ ਕਰਤੀ, ਕਟੌਤੀ ਕਰਨ ਤੋਂ ਬਾਅਦ ਤੁਸੀਂ ਉਹ ਲੀਕੇਜ ਕਿਉਂ ਕਰਦੇ ਹੋ? ਮੈਂ ਕੋਮਤਾ ਜੀ ਤੁਹਾਨੂੰ ਦੱਸਾਂ ਕਿ ਮੈਂ ਬਹੁਤ ਜਿਹੜਾ ਨੇੜਿਓਂ ਦੇਖਿਆ ਜਿਹਨਾਂ ਲੋਕਾਂ ਨੂੰ ਸਿਕਿਉਰਿਟੀ ਵਾਲੀ ਮੁਹੱਈਆ ਕਰਵਾਈ ਜਾਂਦੀ ਹੈ, ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਕਾਗਜ਼ ਪੱਤਰ ਹੁੰਦੇ ਆ, ਡਾਕੂਮੈਂਟਸ ਹੁੰਦੇ ਆ, ਉਹਨਾਂ ਦੇ ਉੱਤੇ ਹੁੰਦਾ ਸੀਕ੍ਰੇਟ ਐਂਡ ਕਨਫੀਡੈਂਸ਼ੀਅਲ, ਉਹ ਕਿਤੇ ਜਾ ਨਹੀਂ ਸਕਦੇ, ਉਹ ਸਿਰਫ ਤੇ ਸਿਰਫ ਪੁਲਿਸ ਦਾ ਰਿਕਾਰਡ ਹੈ। ਈਵਨ ਜਿਹੜਾ ਥ੍ਰੈਟਨ ਪਰਸਨ ਹੈ ਜਿਹਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੁੰਦੀ ਹੈ ਉਹਨੂੰ ਵੀ ਨਹੀਂ ਉਹ ਦਿਖਾਏ ਜਾਂਦੇ, ਉਹਨੂੰ ਸਿਰਫ ਸਿਕਿਉਰਿਟੀ ਦਿੱਤੀ ਜਾਂਦੀ ਹੈ। ਹੁਣ ਇਹ ਕਨਫੀਡੈਂਸ਼ੀਅਲ ਤੇ ਜਿਹੜਾ ਹੈਗਾ ਸੀਕ੍ਰੇਟ ਡਾਕੂਮੈਂਟ, ਇਹ ਜਨਤਕ ਕਿਵੇਂ ਹੋਇਆ? ਔਰ ਜਨਤਕ ਕਿੱਥੇ ਹੁੰਦਾ? ਜਨਤਕ ਤੁਸੀਂ ਦੇਖੋ ਹੁੰਦਾ ਹੈ ਅਖਬਾਰਾਂ ਕੋਲੇ। ਆਮ ਆਦਮੀ ਪਾਰਟੀ ਦਾ ਜਿਹੜਾ ਮੀਡੀਆ ਸੈੱਲ ਦੇਖਣ ਵਾਲੇ ਲੋਕ, ਪ੍ਰਾਈਵੇਟ ਲੋਕ ਹੈ, ਉਹ ਅਖਬਾਰਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ, ਅਖਬਾਰਾਂ ਇਹਦੇ ਤੇ ਖਬਰਾਂ ਛਾਪਦੀਆਂ। ਨਾ ਸਿਰਫ ਕੱਲੀ ਸਿੱਧੂ ਮੂਸੇਵਾਲੇ ਦੀ, ਸਗੋਂ ਇਹਦੇ ਨਾਲ ਨਾਲ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਰਾਂ ਦੀ ਸਿਕਿਉਰਿਟੀ ਤੇ ਵੀ ਕੱਟ ਲੱਗ ਗਈ, ਇਹ ਵੀ ਗੱਲ ਕਹੀ ਗਈ ਸੀ।
ਹੁਣ ਜੀ ਵੱਡਾ ਸਵਾਲ ਇਹ ਉੱਠਦਾ, ਪੁਲਿਸ ਦੇ ਉੱਤੇ ਸਵਾਲ ਉੱਠਦਾ, ਸਰਕਾਰ ਦੇ ਉੱਤੇ ਸਵਾਲ ਉੱਠਦਾ ਵੀ ਇਹ ਸਰਕਾਰੀ ਡਾਕੂਮੈਂਟ ਪ੍ਰਾਈਵੇਟ ਬੰਦਿਆਂ ਕੋਲੇ ਗਏ ਤਾਂ ਗਏ ਕਿਉਂ? ਇਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਸੀ, ਇਹ ਡੇ 1 ਤੋਂ ਫਿਕਸ ਹੋਣੀ ਚਾਹੀਦੀ ਸੀ, ਨਹੀਂ ਹੋਈ ਫਿਕਸ। ਉਹਨਾਂ ਦੇ ਮਾਪੇ ਕਹਿੰਦੇ ਆ ਜੀ ਵਾਰ-ਵਾਰ ਤੁਸੀਂ ਸਾਡੀਆਂ ਅੱਖਾਂ ਚੁੰਬਲਦੇ ਹੋ, ਜਿਨ੍ਹਾਂ ਲੋਕਾਂ ਨੇ ਸਾਡਾ ਸ਼ੇਰ ਵਰਗਾ ਪੁੱਤ ਮਾਰਤਾ, 6 ਫੁੱਟ ਦਾ ਜਵਾਨ ਜਦੋਂ ਕਹਿੰਦਾ ਹੈ। ਔਰ ਮੈਂ ਉਹਦੀ ਮਾਂ ਦੀ ਗੱਲ ਸੁਣ ਰਿਹਾ ਸੀ, ਉਹਦੀ ਮਾਂ ਨੂੰ ਦੀ ਜਿਹੜੀ ਸਥਿਤੀ ਹੈ, ਉਹ ਕਹਿੰਦੀ ਰਾਤ ਨੂੰ ਜਦੋਂ ਸੌਣਾ ਹੁੰਦਾ ਹੈ, ਬਲਕੌਰ ਸਿੰਘ ਨੇ, ਮੂਸੇਵਾਲੇ ਦੇ ਬਾਪ ਨੇ, ਉਹ ਤਾਹਾਂ ਮਾਰ ਕੇ ਰੋਂਦਾ ਕਿ ਮੇਰਾ ਜੀ ਨਹੀਂ ਲੱਗਦਾ। ਤੁਸੀਂ ਇਹ ਦੇਖੋ ਕਿ ਜਿਸ ਬੱਚੇ ਨੇ ਇੰਨੀ ਵੱਡੀ ਸ਼ੋਹਰਤ ਖੱਟੀ ਹੋਵੇ, ਜਿਸ ਬੰਦੇ ਦਾ ਸਾਰੇ ਪੰਜਾਬੀ ਜਗਤ ਜਿਹੜਾ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠਾ ਹੈ, ਸਗੋਂ ਇੱਥੋਂ ਤੱਕ ਮੇਰੇ ਲਿੰਕ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਉਹ ਦੱਸਦੇ ਹੈ ਕਿ ਜਿਹੜੇ ਸਾਡੇ ਜਿਹਨਾਂ ਨੂੰ ਅਸੀਂ ਨੀਗਰੋ ਕਹਿ ਦਿੰਦੇ ਹਾਂ, ਹਬਸ਼ੀ ਕਹਿ ਦਿੰਦੇ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਅਫਰੀਕੀ ਮਹਾਦੀਪ ਤੇ ਉਪ ਮਹਾਦੀਪ ਦੇ ਲੋਕ ਹੈਗੇ, ਉਹ ਵੀ ਜਿਹੜੇ ਹੈਗੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਉੱਤੇ ਡਾਂਸ ਕਰਦੇ ਆ, ਔਰ ਉਹ ਆਪਣੇ ਗੀਤ ਵੀ ਉਸੇ ਤਰ੍ਹਾਂ ਦੇ ਉੱਤੇ ਗਾਉਂਦੇ ਆ, ਬਿਲਕੁਲ ਉਸੇ ਤਰ੍ਹਾਂ ਨਾਲ। ਉਹ ਬੰਦੇ ਦੀ ਕਿੰਨੀ ਵੱਡੀ ਪਾਪੂਲੈਰਿਟੀ ਸੀ ਤੇ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਖਤਮ ਕਰ ਦਿੱਤਾ। ਔਰ ਇਨਸਾਫ ਦੇ ਨਾਂ ਦੇ ਉੱਤੇ ਉਹਨਾਂ ਨੂੰ ਮਿਲ ਕੀ ਰਿਹਾ? ਇਨਸਾਫ ਤੇ ਉਹਨਾਂ ਨੂੰ ਸਿਰਫ ਧੱਕੇ ਮਿਲਦੇ ਹੈ। ਅੱਜ ਉਹਦੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਹੋਈ ਹੈ, ਲੇਕਿਨ ਇਹ ਮਾਮਲਾ ਗਾਹ ਕਿੰਨਾ ਕੁ ਤੁਰਦਾ। ਹੁਣ ਆਹ ਤਾਂ ਜੋ ਕੁਛ ਹੋਇਆ ਵੈ, ਇਹਦੇ ਤੋਂ ਪਤਾ ਲੱਗਦਾ ਕਿ ਬਹੁਤ ਹੀ ਜਿਹੜਾ ਹੈਗਾ ਤੁਸੀਂ ਮਤਲਬ ਜਿਵੇਂ ਲਾਈਟਲੀ ਜੇ ਲਿਆ ਹੁੰਦਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਉਹ ਸ਼ੱਕ ਜ਼ਾਹਰ ਕਰਦੇ ਆ ਕਿ ਸਰਕਾਰ ਇਹਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਮੇਰੇ ਖਿਆਲ ਮੁਤਾਬਕ ਇਹ 'ਚ ਦਮ ਹੈ, ਪੂਰਾ ਦਮ ਹੈ, ਔਰ ਵਾਕਈ ਸਰਕਾਰ ਗੰਭੀਰਤਾ ਨਾਲ ਨਹੀਂ ਲੈਂਦੀ। ਤੁਸੀਂ ਇਹ ਦੇਖੋ ਕਿ ਹੁਣ ਤੱਕ ਚੀਫ ਮਿਨਿਸਟਰ ਦੀ ਸਟੇਟਮੈਂਟ ਨਹੀਂ ਦਿੱਤੀ ਗਈ। ਜਦੋਂ ਇੱਕ ਬੰਦਾ ਭੱਜ ਗਿਆ, ਚੀਫ ਮਿਨਿਸਟਰ ਚਾਹੇ ਕਿਤੇ ਵੀ ਹੁੰਦਾ, ਉਹਨੂੰ ਘੱਟੋ ਘੱਟ ਸਟੇਟਮੈਂਟ ਤਾਂ ਦੇਣੀ ਚਾਹੀਦੀ ਸੀ। ਹਰ ਮਿੰਟ ਦੀ ਖਬਰ ਚੀਫ ਮਿਨਿਸਟਰ ਕੋਲੇ ਪਹੁੰਚਦੀ ਹੈ। ਔਰ ਅੱਜ ਵਿਧਾਨ ਸਭਾ ਦਾ ਸੈਸ਼ਨ ਚੱਲਦਾ, ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਚਲੋ ਠੀਕ ਹੈ, ਵਿਰੋਧੀ ਧਿਰ ਵਾਲਿਆਂ ਨੇ ਆਪਣਾ ਮਾੜਾ ਮੋਟਾ ਜਿੰਨਾ ਕੁ ਉਹਨਾਂ ਨੇ ਪ੍ਰੋਟੈਸਟ ਕਰਨਾ ਹੁੰਦਾ ਕਰਨਾ ਚਾਹੀਦਾ, ਉਹਨਾਂ ਨੂੰ ਉਹ ਕਰ ਰਹੇ। ਪਰ ਇਹ ਮਾਮਲੇ ਨੂੰ ਜਿਵੇਂ ਲੈਣਾ ਚਾਹੀਦਾ ਸੀ ਉਵੇਂ ਨਹੀਂ ਲਿਆ, ਜਿੱਡੀ ਸਖਤੀ ਦਿਖਾਉਣੀ ਚਾਹੀਦੀ ਸੀ। ਇੱਕ ਬੰਦੇ ਨੂੰ ਡਿਸਮਿਸ ਕਰਤਾ, ਉਹਦੇ ਡਿਸਮਿਸ ਕਰਨ ਵਾਲੀ ਗੱਲ ਨਹੀਂ, ਸਗੋਂ ਤੁਸੀਂ ਸ਼ੁਰੂ 'ਚ ਦੇਖੋ ਕੀ ਕਿਹਾ ਸੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਸ ਮਾਮਲੇ ਦੀ ਅਸੀਂ ਜੁਡੀਸ਼ੀਅਲ ਜਾਂਚ ਕਰਾਵਾਂਗੇ। ਹਾਈ ਕੋਰਟ ਤੋਂ ਸਾਨੂੰ ਜੱਜ ਨਹੀਂ ਮਿਲਿਆ, ਮੰਨ ਲਓ ਜੇ ਹਾਈ ਕੋਰਟ ਤੋਂ ਜੱਜ ਨਹੀਂ ਮਿਲਿਆ ਤਾਂ ਕਿਸੇ ਜਿਹੜੇ ਹੈਗੇ ਸਿਟਿੰਗ ਜੱਜ ਨਹੀਂ ਮਿਲਿਆ ਤਾਂ ਰਿਟਾਇਰਡ ਜੱਜ ਤੋਂ ਕਮਿਸ਼ਨ ਬਣਾ ਕੇ ਕਰਵਾਈ ਜਾ ਸਕਦੀ ਸੀ ਇਨਕੁਆਇਰੀ। ਕੀ ਰਿਟਾਇਰਡ ਜੱਜ ਕਾਬਲ ਨਹੀਂ ਹੈਗੇ? ਆਪਾਂ ਹੁਣ ਦੇਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੀ ਜਿਹੜੀ ਪੜਤਾਲ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਕੀਤੀ ਹੈ, ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ, ਸਿਵਾਏ ਇਸ ਗੱਲ ਤੋਂ ਜਿਹੜੀ ਪ੍ਰਭਾਵਿਤ ਧਿਰ ਹੈ ਉਹੀ ਕਿੰਤੂ ਪਰੰਤੂ ਕਰਦੀ ਹੈ, ਬਾਕੀ ਤਾਂ ਕੋਈ ਵੀ ਨਹੀਂ ਕਰਦਾ। ਇਹ ਇੱਥੇ ਆਪਾਂ ਨੂੰ ਮੰਨਣਾ ਪੈਣਾ ਕਿ ਜੋ ਇਨਸਾਫ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਪਰਿਵਾਰ ਦਾ ਜਿਹੜਾ ਗਰਾਜ ਹੈ, ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਠੀਕ ਹੈ, ਜਿਹੜੇ ਫੋਲੋਅਰ ਦਾ ਦੁੱਖ ਹੈ। ਕੱਲ੍ਹ ਉਹਨਾਂ ਦੀ ਮਾਤਾ ਨੇ ਕਹਿ ਦਿੱਤਾ ਕਿ ਇਹ ਤੋਂ ਬਾਅਦ ਅਸੀਂ ਸਾਰੇ ਜ਼ਿਲ੍ਹਿਆਂ 'ਚ ਕੈਂਡਲ ਮਾਰਚ ਕਰਾਂਗੇ। ਹੁਣ ਤੁਸੀਂ ਦੇਖੋ ਜੇ ਕੈਂਡਲ ਮਾਰਚ ਸ਼ੁਰੂ ਹੋ ਗਈ, ਸਰਕਾਰ ਦੇ ਖਿਲਾਫ ਜਿਹੜਾ ਵਾਤਾਵਰਨ ਬਣਦਾ ਹੈ ਉਹ ਕਿੰਨਾ ਭਿਆਨਕ ਰੂਪ ਅਖਤਿਆਰ ਕਰ ਸਕਦਾ ਹੈ, ਖਾਸ ਕਰਕੇ ਉਸ ਵੇਲੇ ਜਦੋਂ ਰੈਡੀਕਲ ਐਲੀਮੈਂਟ ਵੀ ਪੰਜਾਬ ਦੇ ਵਿੱਚ ਬੜੇ ਐਕਟਿਵ ਹੋਏ ਵੇ। ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ, ਪਰ ਆਪਾਂ ਸਮਝਦੇ ਵੀ ਕੀ ਕੁਛ ਹੋ ਰਿਹਾ ਪੰਜਾਬ ਦੇ ਵਿੱਚ। ਔਰ ਇਹਨੂੰ ਇਸ ਤਰ੍ਹਾਂ ਤੁਸੀਂ ਲਾਈਟਲੀ ਲੈਂਦੇ ਹੋ, ਈਜ਼ੀਲੀ ਲੈਂਦੇ ਹੋ, ਇਹ ਤਾਂ ਬਹੁਤ ਹੀ ਖਤਰਨਾਕ ਪਾਸੇ ਨੂੰ ਗੱਲ ਜਾ ਰਹੀ ਹੈ ਜੀ। ਬਿਲਕੁਲ ਸਰ, ਇੱਥੇ ਦੋ ਚੀਜ਼ਾਂ ਮੈਨੂੰ ਲੱਗਦਾ ਕਿ ਜਿਹਨਾਂ ਦਾ ਬਹੁਤ ਜ਼ਿਕਰ ਹੁੰਦਾ ਆ ਰਿਹਾ ਸੀ ਕਿ ਸਰਕਾਰ ਨਵੀਂ ਹੈ, ਐਕਸਪੀਰੀਅੰਸ ਨਹੀਂ ਹੈਗਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਉਹ ਵੀ ਚੀਜ਼ ਨਜ਼ਰ ਆ ਰਹੀ, ਤੇ ਦੂਜਾ ਇੱਕ ਇਹ ਲੱਗਦਾ ਹੈ ਕਿ ਹੋਰ ਨਾ ਸੂਬਿਆਂ ਵਿੱਚ ਪਕੜ ਬਣਾਉਣ ਦੇ ਚੱਕਰ 'ਚ ਜਿਹੜਾ ਸੂਬਾ ਹੈਗਾ ਆ ਉਹ ਵੀ ਕਿਤੇ ਇਹਨਾਂ ਦੇ ਜਿਹੜਾ ਭਰੋਸਾ ਜਿਹੜਾ ਲੋਕਾਂ ਦਾ ਕਿਤੇ ਨਾ ਕਿਤੇ ਉਹ ਉੱਠਦਾ ਜਿਹੜਾ ਉਹ ਜਾਂਦਾ ਦਿਖਾਈ ਦੇ ਰਿਹਾ ਹੈ ਸਰਕਾਰ ਤੋਂ। ਦੇਖੋ ਜਦੋਂ ਜੀ ਹਾਂਜੀ ਕੈਰੀ ਔਨ। ਹਾਂਜੀ ਬਿਲਕੁਲ, ਇਸ ਨਾਲ ਹੀ ਹੁਣ ਅਸੀਂ ਅਗਲੀ ਖਬਰ ਦਾ ਜਿਹੜਾ ਰੁਖ ਕਰ ਲੈਂਦੇ ਹਾਂ, ਕਿਉਂਕਿ ਅਮਰੀਕੀ ਸੈਨੇਟਰ ਨੇ 1984 ਦਾ ਜਿਹੜਾ ਉਹ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ 1984 ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਸਾਲਾਂ ਦੇ ਵਿੱਚੋਂ ਇੱਕ ਜਿਹੜਾ ਉਹਨਾਂ ਨੇ ਕਿਹਾ ਕਿ ਹੈਗਾ ਆ। ਸੋ ਅਮਰੀਕੀ ਸੈਨੇਟਰ ਟੂਮੀ ਨੇ ਇਸ ਦਾ ਜ਼ਿਕਰ ਜਿਹੜਾ ਕੀਤਾ। ਇਹਨੂੰ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਬਿਲਕੁਲ ਜੀ, ਜਿਹੜੇ ਪੈਟ ਟੂਮੀ ਹੈਗੇ ਅਮਰੀਕਨ ਸੈਨੇਟਰ, ਇਹ ਰਿਪਬਲਿਕ ਪਾਰਟੀ ਨਾਲ ਸੰਬੰਧਿਤ ਹੈ। ਔਰ ਜਿਹੜੀ ਆਪਣੀ ਇੱਕ ਅਮਰੀਕੀ ਸਿੱਖ ਕਾਂਗਰਸ ਸਮੂਹ ਹੈ ਉਹਦੇ ਇਹ ਮੈਂਬਰ ਵੀ ਹੈਗੇ ਹੈ। ਉਹਨਾਂ ਨੇ ਆਪਣਾ ਭਾਸ਼ਣ ਦਿੰਦੇ ਸੈਨੇਟ ਦੇ ਵਿੱਚ ਜਦੋਂ ਬੋਲ ਰਹੇ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ 1984 ਦਾ ਜ਼ਿਕਰ ਕਰਦੇ ਹਾਂ ਤਾਂ ਇਹ ਭਾਰਤੀ ਇਤਿਹਾਸ ਦਾ ਹੁਣ ਤੱਕ ਦਾ ਜਿਹੜਾ ਇਤਿਹਾਸ ਹੈ ਕਾਲੇ ਸਾਲਾਂ ਦੇ ਵਿੱਚੋਂ ਇੱਕ ਹੈਗਾ ਕਾਲਾ। ਔਰ ਵਾਕਈ ਠੀਕ ਹੈ, ਕਾਲਾ ਪੰਨਾ ਹੈ, ਕਿਉਂਕਿ ਉਸ ਵੇਲੇ ਜਿਹੜੇ ਹੈਗੇ 3000 ਤੋਂ ਵੱਧ ਲੋਕ ਜਿਹੜੇ ਉਹ ਮਾਰੇ ਗਏ ਸੀ। ਅਸਲ ਦੇ ਵਿੱਚ ਆਪਾਂ ਸਮਝਦੇ ਹਾਂ ਇਸ ਗੱਲ ਨੂੰ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਹੈ, ਆਪਰੇਸ਼ਨ ਬਲੂ ਸਟਾਰ ਜੂਨ 1984 ਦੇ ਵਿੱਚ ਹੁੰਦਾ ਹੈ, ਔਰ ਉਸ ਆਪਰੇਸ਼ਨ ਬਲੂ ਸਟਾਰ ਨੂੰ ਟਾਲਿਆ ਜਾ ਸਕਦਾ ਸੀ। ਇਹ ਠੀਕ ਹੈ ਕਿ ਕੁਝ ਉਹ ਲੋਕ ਜਿਨ੍ਹਾਂ ਲੋਕਾਂ ਨੂੰ ਸਰਕਾਰ ਚੰਗਾ ਨਹੀਂ ਸੀ ਸਮਝਦੀ, ਸਰਕਾਰ ਇਹ ਸਮਝਦੀ ਸੀ ਕਿ ਉਹ ਲਾਅ ਐਂਡ ਆਰਡਰ ਵਾਸਤੇ ਇੱਕ ਥ੍ਰੈਟ ਹੈ, ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ। ਗ੍ਰਿਫਤਾਰ ਕਰਨ ਵਾਸਤੇ ਤੁਹਾਡੇ ਕੋਲ ਬੜੇ ਸਾਧਨ ਹੁੰਦੇ ਹੈ, ਤੁਹਾਡੇ ਕੋਲ ਬਹੁਤ ਕੁਛ ਜਿਹੜੇ ਹੁੰਦੇ ਆ ਪ੍ਰਬੰਧ ਹੁੰਦੇ ਆ, ਉਹ ਕੀਤੇ ਜਾ ਸਕਦੇ ਹੈ।
ਔਰ ਅਸੀਂ ਇਹ ਦੇਖਿਆ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਹੋਰ ਆਪਰੇਸ਼ਨ ਹੋਇਆ ਸੀਗਾ। ਪਹਿਲੇ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਟੈਂਕ ਵੀ ਬਾੜੇ, ਤੋਪਾਂ ਵੀ ਬਾੜੀਆਂ, ਉੱਥੇ ਜਾ ਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ, ਖੂਨ ਵੀ ਡੁੱਲਿਆ, ਬੜਾ ਕੁਛ ਹੋਇਆ। ਲੇਕਿਨ ਕੁਝ ਸਮੇਂ ਬਾਅਦ ਜਦੋਂ ਦੁਬਾਰਾ ਫੇਰ ਰੀਆਰਗਨਾਈਜ਼ ਹੋ ਗਏ ਸੀਗੇ ਉਹੀ ਆਪਣੇ ਖਾੜਕੂ ਤੱਤ, ਉਹਨਾਂ ਤੱਤਾਂ ਨੇ ਫੇਰ ਜਿਹੜਾ ਹੈਗਾ ਪੁਰਾਣੇ ਜਿਹੜਾ ਅਕਾਲ ਤਖਤ ਸਾਹਿਬ ਦੀ ਉਦੋਂ ਇਮਾਰਤ ਢਹੀ ਹੋਈ ਸੀ ਅਤੇ ਉਹਨਾਂ ਨੇ ਉੱਥੇ ਆਪਣਾ ਇੱਕ ਟਿਕਾਣਾ ਬਣਾ ਲਿਆ ਸੀ, ਪੱਕਾ ਟਿਕਾਣਾ ਬਣਾ ਲਿਆ ਸੀ। ਉਸ ਟਿਕਾਣੇ ਨੂੰ ਤਹਿਸ ਨਹਿਸ ਕਰਨ ਵਾਸਤੇ ਇੱਕ ਹੋਰ ਆਪਰੇਸ਼ਨ ਹੋਇਆ ਸੀ ਜਿਹਦਾ ਨਾਂ ਸੀ ਆਪਰੇਸ਼ਨ ਬਲੈਕ ਥੰਡਰ। ਬਲੈਕ ਥੰਡਰ ਵੇਲੇ ਇੱਕ ਵੀ ਗੋਲੀ ਨਹੀਂ ਚੱਲੀ ਸੀ, ਕਿਸੇ ਬੰਦੇ ਦੀ ਕੋਈ ਮੌਤ ਨਹੀਂ ਹੋਈ ਸੀ। ਉਸ ਵੇਲੇ ਬਿਜਲੀ ਪਾਣੀ ਦੀ ਕੱਟ ਵਗੈਰਾ ਕਰਕੇ ਜਿਨ੍ਹਾਂ ਲੋਕਾਂ ਨੂੰ ਸਰਕਾਰ ਚਾਹੁੰਦੀ ਸੀ ਸਰੈਂਡਰ ਕਰਨ, ਉਹਨਾਂ ਤੋਂ ਸਰੈਂਡਰ ਕਰਵਾ ਲਿਆ ਸੀ। ਸੋ ਆਪਰੇਸ਼ਨ ਬਲੂ ਸਟਾਰ ਹੋਇਆ, ਠੀਕ ਤਰੀਕੇ ਨਾਲ ਉਹਨੂੰ ਟੈਕਲ ਨਹੀਂ ਕੀਤਾ ਗਿਆ। ਪ੍ਰੋਬਲਮਸ ਆਉਂਦੀਆਂ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੱਜੇ ਤੋਂ ਬਗੈਰ, ਜਾਨੀ ਨੁਕਸਾਨ ਹੋਏ ਤੋਂ ਬਗੈਰ ਜੇ ਕੁਛ ਹੋ ਸਕਦਾ ਤਾਂ ਸਾਨੂੰ ਉਹ ਕਰਨਾ ਚਾਹੀਦਾ। ਇਹੋ ਜਿਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਗੱਲ ਦੇ ਨਾਲ ਸਰਕਾਰ ਪ੍ਰਤੀ ਲੋਕਾਂ ਦਾ ਗੁੱਸਾ ਵਧੇ ਔਰ ਸਰਕਾਰ ਦੇ ਪ੍ਰਤੀ ਬੇਵਿਸ਼ਵਾਸੀ ਪ੍ਰਗਟ ਹੋਵੇ। ਉਹ ਹੋਇਆ, ਉਹਦਾ ਨਤੀਜਾ ਹੋਇਆ ਕਿ ਇੰਦਰਾ ਗਾਂਧੀ ਦਾ ਕਤਲ ਜਿਹੜਾ ਹੈਗਾ 31 ਅਕਤੂਬਰ ਨੂੰ ਉਹਨਾਂ ਦੇ 2 ਅੰਗ ਰੱਖਕਾਂ ਨੇ ਕਰ ਦਿੱਤਾ। ਉਸ ਕਤਲ ਤੋਂ ਬਾਅਦ ਜੋ ਕੁਛ ਫਿਰ ਹੋਇਆ ਹੈ ਉਹ ਨਵੰਬਰ ਦੇ ਪਹਿਲੇ ਹਫ਼ਤੇ ਉਹਦੇ ਵਿੱਚ ਲਗਭਗ 3000 ਬੰਦੇ ਮਾਰੇ ਗਏ ਹੈ ਅਤੇ ਮੰਨਿਆ ਜਾਂਦਾ ਕਿ 3000 ਬੰਦਿਆਂ ਦੇ ਵਿੱਚੋਂ ਜ਼ਿਆਦਾਤਰ ਬੰਦੇ ਆ ਜਿਹੜੇ ਦਿੱਲੀ ਮਾਰੇ ਗਏ, ਬਾਕੀ ਕਾਨਪੁਰ ਵਗੈਰਾ ਕਈ ਹੋਰਾਂ ਥਾਵਾਂ 'ਤੇ ਵੀ ਇਸ ਕਿਸਮ ਦਾ ਜਿਹੜਾ ਨੁਕਸਾਨ ਤਾਂ ਹੋਇਆ ਸੀ। ਔਰ ਉਹਦੇ ਤੋਂ ਲੈ ਕੇ ਜੇ ਆਪਾਂ ਦੇਖੀਏ ਤਾਂ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਬਣ ਗਏ ਸੀ ਜਿਹੜੇ ਆਪਣੇ ਰਾਜੀਵ ਗਾਂਧੀ ਹੋਰੀ। ਰਾਜੀਵ ਗਾਂਧੀ ਹੋਰਾਂ ਨੇ ਉਹਨਾਂ ਦਿਨਾਂ 'ਚ ਇਹ ਗੱਲ ਕਹੀ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਉਸ ਵੇਲੇ ਧਰਤੀ ਹਿਲਦੀ ਹੈ। ਇਹ ਆਪਣੇ ਆਪ ਦੇ ਵਿੱਚ ਗੱਲ ਜਿਹੜੀ ਉਹਨਾਂ ਦੀ ਗੱਲ ਬੜੀ ਓਬਜੈਕਸ਼ਨੇਬਲ ਸੀ। ਸਗੋਂ ਮੇਰਾ ਇਹ ਮੰਨਣਾ ਕਿ ਉਹ ਤੋਂ ਵੀ ਜ਼ਿਆਦਾ ਓਬਜੈਕਸ਼ਨੇਬਲ ਇਹ ਸੀ ਕਿ ਜਦੋਂ ਇੰਦਰਾ ਗਾਂਧੀ ਦਾ ਮਰਡਰ ਹੋ ਗਿਆ ਸੀ, ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਰਾਜੀਵ ਗਾਂਧੀ ਨੂੰ ਦੇਸ਼ ਦੇ ਪ੍ਰਾਈਮ ਮਿਨਿਸਟਰ ਵਜੋਂ ਸਹੁੰ ਚੁਕਾਉਣੀ ਗਿਆਨੀ ਜੈਲ ਸਿੰਘ ਦੀ ਆਪਣੇ ਜੀਵਨ ਦੀ ਸਭ ਤੋਂ ਵੱਡੀ ਗਲਤੀ ਸੀ। ਕਿਉਂਕਿ ਉਸ ਵੇਲੇ ਤਾਂ ਅਜੇ ਤੱਕ ਜਿਹੜੀ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਵੀ ਇਕੱਠੀ ਨਹੀਂ ਹੋਈ ਸੀ। ਪ੍ਰੈਜ਼ੀਡੈਂਟ ਕੋਲੇ ਪਾਵਰਾਂ ਹੈਗੀਆਂ, ਪ੍ਰੈਜ਼ੀਡੈਂਟ ਨੇ ਸਹੁੰ ਚੁਕਾਤੀ ਕਿ ਜੀ ਤੁਸੀਂ ਬਾਅਦ ਦੇ ਵਿੱਚ ਆਪਣਾ ਬਹੁਮਤ ਸਾਬਤ ਕਰ ਦਿਓ। ਬੰਦਾ ਪ੍ਰਾਈਮ ਮਿਨਿਸਟਰ ਬਣ ਜਾਏ ਤਾਂ ਬਹੁਮਤ ਸਾਬਤ ਕਰ ਹੀ ਸਕਦਾ, ਇਹ 'ਚ ਕੋਈ ਸ਼ੱਕ ਨਹੀਂ। ਲੇਕਿਨ ਜੇ ਉਹਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਬੰਦੇ ਨੂੰ ਐਕਟਿੰਗ ਪ੍ਰਾਈਮ ਮਿਨਿਸਟਰ ਬਣਾਇਆ ਹੁੰਦਾ ਤਾਂ ਮੇਰੇ ਖਿਆਲ ਮੁਤਾਬਕ ਹੈ ਫਿਰ ਜਿਨ੍ਹਾਂ ਤੱਤਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੇ ਕਤਲੇਆਮ ਨਹੀਂ ਸੀ ਕਰਨਾ। ਇਹ ਤੋਂ ਪਹਿਲਾਂ ਵੀ 2 ਮੌਕੇ ਕੌਮਤਾ ਜੀ ਆਏ ਸੀ ਜਦੋਂ ਜਵਾਹਰ ਲਾਲ ਨਹਿਰੂ ਦੀ ਮੌਤ ਹੁੰਦੀ ਹੈ। ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਵੀ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ ਦੇ ਉੱਤੇ ਗੁਲਜ਼ਾਰੀ ਲਾਲ ਨੰਦਾ ਨੇ ਕੰਮ ਕੀਤਾ ਸੀ। ਬਾਅਦ ਦੇ ਵਿੱਚ ਸ਼ਾਸਤਰੀ ਜੀ ਦੀ ਮੌਤ ਹੁੰਦੀ ਹੈ ਜਦੋਂ, ਤਾਂ ਸ਼ਾਸਤਰੀ ਜੀ ਦੀ ਮੌਤ ਤੋਂ ਬਾਅਦ ਵੀ ਗੁਲਜ਼ਾਰੀ ਲਾਲ ਨੰਦਾ ਹੀ ਐਕਟਿੰਗ ਜਿਹੜੇ ਸੀਗੇ ਪ੍ਰਾਈਮ ਮਿਨਿਸਟਰ ਸੀ। ਔਰ ਜਿਵੇਂ ਉਦੋਂ ਚੋਣ ਹੁੰਦੀ ਸੀ ਉਵੇਂ ਜਿਵੇਂ ਜੇ ਚੋਣ ਕਰ ਲਈ ਜਾਂਦੀ ਤਾਂ ਮੇਰੇ ਖਿਆਲ ਮੁਤਾਬਕ ਇਹ ਕੁਛ ਨਹੀਂ ਸੀ ਹੋਣਾ। ਕਿਉਂਕਿ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਇਹ ਪਿਰਤ ਹੈਗੀ ਕਿ ਹਾਕਮ ਨੂੰ ਖੁਸ਼ ਕਰਨ ਵਾਸਤੇ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹੈ। ਉਦੋਂ ਦੇਖਿਆ ਗਿਆ ਰਾਜੀਵ ਗਾਂਧੀ ਦੀ ਮਾਂ ਮਾਰੀ ਗਈ ਅਤੇ ਰਾਜੀਵ ਗਾਂਧੀ ਖੁਸ਼ ਕਿਵੇਂ ਹੋਊਗਾ ਅਤੇ ਉਹਨੂੰ ਖੁਸ਼ ਕਰਨ ਵਾਸਤੇ ਉੱਥੇ ਜਿਹੜੇ ਸਮਾਜ ਵਿਰੋਧੀ ਤੱਤਾਂ ਦੀ ਮਦਦ ਦੇ ਨਾਲ ਉਹਦੇ ਵਿੱਚ ਇਕੱਲਾ ਆਪਾਂ ਨੂੰ ਇਹ ਨਹੀਂ ਮੰਨਣਾ ਚਾਹੀਦਾ, ਮੰਨ ਕੇ ਤੁਰਨਾ ਚਾਹੀਦਾ ਕਿ ਸਿਰਫ ਅਤੇ ਸਿਰਫ ਕਾਂਗਰਸੀਆਂ ਨੇ ਕੀਤੀ ਹੈ। ਸਗੋਂ ਤੱਥ ਇਹ ਵੀ ਹੈ ਕਿ RSS ਦੇ ਜਿਹੜੇ ਵਰਕਰ ਸੀ ਉਹਨਾਂ ਦੇ RSS ਵਰਕਰਾਂ ਨੇ ਵੀ ਉਸ ਵੇਲੇ ਮਦਦ ਕੀਤੀ ਸੀ ਕਾਂਗਰਸੀਆਂ ਦੇ ਨਾਲ ਮਿਲ ਕੇ ਸਮਾਜ ਵਿਰੋਧੀ ਤੱਤਾਂ ਦੀ, ਜਿਨ੍ਹਾਂ ਨੇ ਸਾਰਾ ਕੁਛ ਕੀਤਾ ਸੀ। ਔਰ ਬਾਅਦ ਦੇ ਵਿੱਚ ਜਦੋਂ ਫਿਰ ਚੋਣ ਹੁੰਦੀ ਹੈ ਦੁਬਾਰਾ ਪਾਰਲੀਮੈਂਟ ਦੀ, ਉਹ ਚੋਣ ਦੇ ਵਿੱਚ ਰਾਜੀਵ ਗਾਂਧੀ ਨੇ ਜਦੋਂ ਬਹੁਤ ਵੱਡਾ ਬਹੁਮਤ ਹਾਸਲ ਕੀਤਾ ਸੀ, ਕਹਿਣ ਵਾਲੇ ਲੋਕ ਇਹ ਕਹਿੰਦੇ ਕਿ ਉਦੋਂ RSS ਨੇ ਵੀ ਰਾਜੀਵ ਗਾਂਧੀ ਦੀ ਮਦਦ ਕੀਤੀ ਸੀ। ਸੋ ਜਦੋਂ ਆਪਾਂ ਉਸ ਟਾਈਮ ਨੂੰ ਯਾਦ ਕਰਦੇ ਹਾਂ, ਉਸ ਟਾਈਮ ਦੇ ਜ਼ਮਾਨੇ ਦੇ ਵਿੱਚ ਜੋ ਕੁਛ ਹੋਇਆ ਹੈ ਅੱਜ ਵੀ ਦਿੱਲੀ ਦੇ ਵਿੱਚ ਉਹਦੀਆਂ ਨਿਸ਼ਾਨੀਆਂ ਮੌਜੂਦ ਹੈ। ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਫੂਕਿਆ ਗਿਆ, ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਰੋਲਿਆ ਗਿਆ, ਗੁਰੂ ਘਰਾਂ ਦੇ ਉੱਤੇ ਅਟੈਕ ਕੀਤੇ ਗਏ, ਇਹ ਸਾਰੀਆਂ ਚੀਜ਼ਾਂ ਆ ਗਈਆਂ। ਸਿਰਫ ਅਤੇ ਸਿਰਫ ਜੇ ਆਪਾਂ ਦੇਖੀਏ ਨਾਮੀ ਗ੍ਰਾਮੀ ਮੁਲਜ਼ਮਾਂ ਦੇ ਵਿੱਚੋਂ ਇੱਕ ਨੂੰ, ਇਕੱਲੀ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ, ਹੋਰ ਬਹੁਤੇ ਲੋਕ ਜਿਹੜੇ ਉਹਦਾ ਅੰਦਰ ਆਉਂਦੇ ਫਿਰਦੇ ਹੈ। ਔਰ ਸੱਜਣ ਕੁਮਾਰ ਨੂੰ ਵੀ ਸਜ਼ਾ ਇਸ ਕਰਕੇ ਹੋ ਗਈ ਕਿ ਉਹਦੇ 'ਚ HS ਫੂਲਕਾ ਵਰਗੇ ਬੰਦਿਆਂ ਨੇ ਆਪਣੀਆਂ ਜਿਹੜੀਆਂ ਪੋਜੀਸ਼ਨਾਂ ਸੀ ਉਹ ਤਿਆਗੀਆਂ। ਆਪਾਂ ਜਾਣਦੇ ਹਾਂ ਚੰਗੀ ਤਰ੍ਹਾਂ ਕਿ HS ਫੂਲਕਾ ਉਸ ਵੇਲੇ ਵਿਰੋਧੀ ਧਿਰ ਦੇ ਆਗੂ ਸੀ ਪੰਜਾਬ ਦੇ ਵਿੱਚ, ਔਰ ਉਹਨਾਂ ਦੇ ਕੋਲੇ ਕੈਬਨਿਟ ਦਾ ਇੱਕ ਰੈਂਕ ਸੀ। ਲੇਕਿਨ ਉਹਨਾਂ ਨੇ ਕੈਬਨਿਟ ਦੀਆਂ ਸੁੱਖ ਸਹੂਲਤਾਂ ਛੱਡ ਕੇ, ਇਸ ਕਰਕੇ ਉਹ ਛੱਡ ਕੇ ਗਏ ਕਿਉਂਕਿ ਜੇ ਉਹ ਨਾ ਜਾਂਦੇ ਤਾਂ ਜਿਹੜਾ ਸੁਪਰੀਮ ਕੋਰਟ ਬਾਰ ਕੌਂਸਲ ਦੇ ਫੈਸਲੇ ਦੇ ਮੁਤਾਬਕ ਉਹਨਾਂ ਦੇ ਕੋਲੇ ਪਾਰਲੀਮੈਂਟ ਦੇ ਵਿੱਚ ਜਿਹੜਾ ਉਹਨਾਂ ਦਾ ਚੈਂਬਰ ਸੀ ਉਹ ਨਹੀਂ ਸੀ ਰਹਿਣਾ, ਉਹ ਖੁੱਸ ਜਾਣਾ ਸੀ। ਅਤੇ ਜੇ ਚੈਂਬਰ ਖੁੱਸ ਜਾਂਦਾ ਉੱਥੇ ਮਤਲਬ ਪ੍ਰੈਕਟਿਸ ਨਹੀਂ ਸੀ ਕਰ ਸਕਦੇ। ਸੱਜਣ ਕੁਮਾਰ ਦੇ ਕੇਸ ਦੀ ਵਜ੍ਹਾ ਕਾਰਨ ਪ੍ਰੈਕਟਿਸ ਕਰਨ ਵਾਸਤੇ ਉਹਨਾਂ ਨੇ ਉਹ ਕੁਛ ਕੀਤਾ। ਉਹਦੇ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਜਾਤੀ ਉਦਮ ਸੀ। ਲੇਕਿਨ ਜੇ ਸਟੇਟ ਵੱਲੋਂ ਕੋਈ ਭੂਮਿਕਾ ਨਿਭਾਉਣ ਦੀ ਆਪਾਂ ਗੱਲ ਕਰਦੇ ਤਾਂ ਸਟੇਟ ਨੇ ਬਹੁਤੀ ਭੂਮਿਕਾ ਨਹੀਂ ਨਿਭਾਈ।
ਮੈਂ ਕਹਿੰਦਾ ਬਹੁਤੀ ਕੀ ਨਾ ਮਾਤਰ ਵੀ ਨਹੀਂ ਨਿਭਾਈ। ਅਗਰ ਸਟੇਟ ਭੂਮਿਕਾ ਨਿਭਾਉਂਦੀ ਹੁੰਦੀ ਤਾਂ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਕਤਲੇਆਮ ਕੀਤੇ ਸੀ ਉਹਨਾਂ ਨੂੰ ਸਜ਼ਾਵਾਂ ਮਿਲ ਸਕਦੀਆਂ ਸੀ, ਉਹ ਸਜ਼ਾਵਾਂ ਨਹੀਂ ਮਿਲੀਆਂ। ਅੱਜ ਵੀ ਤੁਸੀਂ ਕਿਤੇ ਵੀ ਗੱਲ ਕਰਕੇ ਦੇਖ ਲਓ, 84 ਭੁੱਲਦਾ ਨਹੀਂ। ਅੱਜ ਦੇ ਜਿਹੜੇ ਗੀਤ ਚੱਲਦੇ ਆ ਉਹਨਾਂ ਗੀਤਾਂ ਦੇ ਵਿੱਚ 12 ਦੇ ਵਿੱਚ ਵੀ 84 ਦਾ ਜ਼ਿਕਰ ਆਉਂਦਾ ਹੈ। ਜਿਹੜੇ ਬੱਚੇ ਉਹ ਤੋਂ ਕਈ ਸਾਲ ਬਾਅਦ ਪੈਦਾ ਹੋਏ ਅੱਜ ਉਹ ਵੀ 84 ਦੀਆਂ ਗੱਲਾਂ ਕਰਦੇ ਹੈ। ਸੋ ਜੋ ਕੁਛ ਸੈਨੇਟਰ ਸਾਹਿਬ ਨੇ ਗੱਲ ਕਹੀ ਹੈ ਤਾਂ ਆਪਾਂ ਮੁਨਕਰ ਨਹੀਂ ਹੋ ਸਕਦੇ, ਗੱਲ ਠੀਕ ਹੈ। ਇੱਕ ਅਜਿਹਾ ਕਾਲਾ ਅਧਿਆਇ ਹੈ ਜਿਸ ਕਾਲਾ ਅਧਿਆਇ ਨੂੰ ਮੇਟਿਆ ਨਹੀਂ ਜਾ ਸਕਦਾ। ਔਰ 84 ਨੂੰ ਭਾਰਤੀ ਇਤਿਹਾਸ ਦੇ ਜਿਹੜੇ ਸਭ ਤੋਂ ਕਾਲੇ ਆਪਣੇ ਜਿਹੜੇ ਹੈਗੇ ਸਾਲ ਹੈ, ਉਹਨਾਂ ਕਾਲੇ ਸਾਲਾਂ ਦੇ ਵਿੱਚੋਂ ਮੈਂ ਕਹੂੰਗਾ ਸਿਖਰਲਾ ਕਾਲਾ ਸਾਲ ਮੰਨਿਆ ਜਾਊਗਾ, ਜਦੋਂ ਬੇਗੁਨਾਹ ਲੋਕਾਂ ਨੂੰ ਕਤਲ ਕੀਤਾ ਸੀ। ਹੁਣ ਤੁਸੀਂ ਦੇਖੋ ਇਸ ਵੇਲੇ ਦਿੱਲੀ ਦੇ ਵਿੱਚ ਕੁਝ ਬਸਤੀਆਂ ਅਜਿਹੀਆਂ ਜਿਨ੍ਹਾਂ ਬਸਤੀਆਂ ਨੂੰ ਵਿਧਵਾਵਾਂ ਦੀਆਂ ਬਸਤੀਆਂ ਦਾ ਨਾਂ ਦਿੱਤਾ ਗਿਆ। ਕਿੱਡਾ ਵੱਡਾ ਦੁਖਾਂਤ ਹੈ। 70 ਸਾਲ ਸਾਨੂੰ ਆਜ਼ਾਦ ਹੋਇਆਂ ਨੂੰ ਹੋ ਗਏ ਤੇ ਇਸ ਆਜ਼ਾਦੀ ਦੇ ਵਿੱਚ ਸਾਨੂੰ ਇੰਨੇ ਭਿਆਨਕ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਜੀ। ਬਿਲਕੁਲ ਸਰ, ਇਸ ਦੇ ਨਾਲ ਹੁਣ ਅਗਲੇ ਕੁਛ ਪੰਜਾਬ ਦੇ ਸੰਜੀਦਾ ਮੁੱਦਿਆਂ ਤੇ ਗੱਲ ਕਰ ਲਈਏ, ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਹੋਰ ਸਰਕਾਰਾਂ ਸਨ ਤਾਂ ਅਕਸਰ ਆਪ ਦੇ ਲੀਡਰਾਂ ਵੱਲੋਂ ਇਹ ਜਿਹੜਾ ਪ੍ਰਚਾਰ ਬਹੁਤ ਕੀਤਾ ਜਾਂਦਾ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਜਿਹੜੇ ਧਰਨੇ ਹੀ ਖਤਮ ਹੋ ਜਾਣਗੇ, ਇਹ ਲਾਠੀ ਚਾਰਜ ਕਰਦੇ ਆ ਨੌਕਰੀਆਂ ਦੇਣ ਦੀ ਬਜਾਏ। ਪਰ ਹੁਣ ਵੀ ਉਹੀ ਬਿਰਤਾਂਤ ਜਿਹੜਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ, ਉਹੀ ਬੇਰੁਜ਼ਗਾਰ ਜਿਹੜੇ ਨੇ ਉਹ ਨੌਕਰੀਆਂ ਦੀ ਮੰਗ ਕਰ ਰਹੇ ਨੇ, ਉਹਨਾਂ ਤੇ ਹੁਣ ਵੀ ਲਾਠੀਆਂ ਭਰਾਈਆਂ ਜਾ ਰਹੀਆਂ ਨੇ, ਹੁਣ ਵੀ ਉਹਨਾਂ ਦੀ ਖਿੱਚ ਧੋ ਕੀਤੀ ਜਾਂਦੀ ਹੈ। ਸੋ ਹੁਣ ਲਗਾਤਾਰ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਵੀ ਪ੍ਰਦਰਸ਼ਨ ਹੋ ਰਹੇ ਨੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਦੇ ਵਿਚਕਾਰ ਜਿਹੜੀ ਖਿੱਚ ਧੂ ਵੀ ਜਿਹੜੀ ਹੋ ਰਹੀ ਹੈ। ਸੋ ਇਹੀ ਲੀਡਰ ਸੀ ਜਿਹੜੇ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸੀ ਕਿ ਜਦੋਂ ਅਸੀਂ ਆ ਗਏ ਤਾਂ ਇਹੋ ਜਿਹਾ ਮਾਹੌਲ ਸਾਨੂੰ ਦਿਖਾਈ ਨਹੀਂ ਦੇਣਾ ਪੰਜਾਬ 'ਚ। ਬਿਲਕੁਲ ਭਗਵੰਤ ਸਿੰਘ ਮਾਨ ਹੋਰੀ ਕਹਿੰਦੇ ਸੀ ਕਿ ਜਿੱਦਣ ਸਾਡੀ ਸਰਕਾਰ ਆਏਗੀ ਤੁਹਾਨੂੰ ਧਰਨੇ ਮਿਲਣਗੇ ਨਹੀਂ ਕਿਤੇ। ਉਹ ਕਹਿੰਦੇ ਸੀ ਇਸ ਕਰਕੇ ਧਰਨੇ ਨਹੀਂ ਮਿਲਣਗੇ ਕਿ ਜਿਹੜੇ ਤੁਹਾਡੇ ਮਸਲੇ ਤਾਂ ਪਹਿਲੇ ਦਿਨ ਹੀ ਅਸੀਂ ਆ ਕੇ ਹੱਲ ਕਰ ਦੇਣੇ। ਲੇਕਿਨ ਮਸਲੇ ਕਿੰਨੇ ਕੁ ਹੱਲ ਹੋ ਗਏ ਤੁਸੀਂ ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲਾ ਸਕਦੇ ਹੋ ਕਿ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬਰਥਡੇ ਦੇ ਉੱਤੇ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਸਮਾਗਮ ਸੀ। ਉਸ ਸਮਾਗਮ ਦੇ ਵਿੱਚ ਉਚੇਚੇ ਤੌਰ 'ਤੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਗਏ। ਬਹੁਤ ਵਧੀਆ ਗੱਲ ਹੈ, ਉਹਨਾਂ ਨੂੰ ਜਾਣਾ ਚਾਹੀਦਾ ਸੀ। ਔਰ ਉਹ ਆਪਣੇ ਆਪ ਨੂੰ ਸਰਦਾਰ ਭਗਤ ਸਿੰਘ ਦੇ ਫਾਲੋਅਰ ਕਹਿੰਦੇ ਆ, ਉਹਨਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਦੀ ਗੱਲ ਕਰਦੇ ਹੈ। ਉਹਨਾਂ ਦਾ ਜਿਹੜਾ ਬਸੰਤੀ ਰੰਗ ਹੈ, ਬਸੰਤੀ ਰੰਗ ਦੀ ਉਹਨਾਂ ਨੇ ਪੱਗ ਵੀ ਪਹਿਨੀ ਹੋਈ ਆ। ਔਰ ਇਹ ਪੱਗ ਤਾਂ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਹੁਣ ਇੱਕ ਸਮਝ ਲਓ ਵੀ ਬਸੰਤੀ ਰੰਗ ਜਿਹੜਾ ਇੱਕ ਅਜਿਹਾ ਸਿੰਬਲ ਬਣ ਗਿਆ ਕਿ ਭਗਤ ਸਿੰਘ ਦੇ ਪੈਰੋਕਾਰ ਹੈ ਜਿਹੜੇ ਉਹ ਬਸੰਤੀ ਰੰਗਾਂ ਵਾਲੇ ਸਾਰੇ ਉਹੀ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਆਪਾਂ ਇਹੋ ਜਿਹਾ ਨੂੰ ਜਾਣਦੇ ਹਾਂ ਜਿਹੜਾਂ ਦੇ ਨਾਂ ਤਾਂ ਭਾਵੇਂ ਪੱਗਾਂ ਦੂਜੀਆਂ ਬਣੀਆਂ ਲੇਕਿਨ ਉਹ ਸੱਤਾ ਦੀ ਦਲਾਲੀ ਪਹਿਲਾਂ ਦੀ ਤਰ੍ਹਾਂ ਹੀ ਕਰਦੇ ਆ। ਉਸ ਵੇਲੇ ਵੀ ਤੁਸੀਂ ਦੇਖੋ ਕਿ 2 ਕੁੜੀਆਂ ਉੱਥੇ ਇੱਕ ਟੈਂਕੀ ਦੇ ਉੱਤੇ ਜਿੱਥੇ ਸ਼ਹੀਦ ਆਜ਼ਮ ਦਾ ਘਰ ਹੈ ਟੈਂਕੀ ਦੇ ਉੱਪਰ ਚੜ੍ਹੀਆਂ ਹੋਈਆਂ ਸੀ। ਔਰ ਉਹਨਾਂ ਦਾ ਇਤਰਾਜ਼ ਇਹ ਸੀ, ਉਹਨਾਂ ਦੇ ਵਿੱਚੋਂ ਸ਼ਾਇਦ ਇੱਕ ਕੁੜੀ ਸਿੱਪੀ ਸ਼ਰਮਾ ਹੈ। ਉਹ ਸਿੱਪੀ ਸ਼ਰਮਾ ਨੇ ਕਿਹਾ ਸੀ ਕਿ ਇੱਕ ਸਮਾਂ ਉਹ ਸੀ ਜਦੋਂ ਅਸੀਂ ਕਾਂਗਰਸ ਪਾਰਟੀ ਦੇ ਰਾਜ ਵੇਲੇ ਮੋਹਾਲੀ ਦੀ ਇੱਕ ਟੈਂਕੀ ਦੇ ਉੱਤੇ ਚੜ੍ਹੀਆਂ ਹੋਈਆਂ ਸਾਂ ਤਾਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਪੰਜਾਬ ਵਾਲਿਆਂ ਨੂੰ ਨਾਲ ਲੈ ਕੇ ਆ ਕੇ ਸਾਡੇ ਨਾਲ ਗੱਲ ਕੀਤੀ ਸੀ। ਇਹ ਆ ਕੇ ਕਿਹਾ ਸੀ ਕਿ ਤੂੰ ਮੇਰੀ ਭੈਣ ਹੈ ਸਿੱਪੀ, ਨੀਚੇ ਆ ਜਾ, ਸਰਕਾਰ ਬਣ ਲੈਂਦੇ ਤੁਹਾਡਾ ਸਾਰਾ ਕੁਝ ਕਰ ਲਾਂਗੇ। ਉਹ ਕਹਿੰਦੀ ਮੂੰਹ ਬੋਲੀ ਭੈਣ ਦੀ ਗੱਲ ਤਾਂ ਕੀ ਸੁਣਨੀ ਸੀ। ਮੁੱਖ ਮੰਤਰੀ ਸਾਨੂੰ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੋਂ ਮਿਲਣ ਵਾਸਤੇ ਸਮਾਂ ਹੀ ਨਹੀਂ ਮਿਲਦਾ। ਇਹੀ ਕੁਛ ਜੇ ਆਪਾਂ ਭਗਵੰਤ ਸਿੰਘ ਮਾਨ ਦੇ ਘਰ ਦੇ ਕੋਲੇ ਦੇਖੀ ਤਾਂ ਰੋਜ਼ ਇਹੀ ਕੁਛ ਹੁੰਦਾ ਹੈ। ਕੱਲ੍ਹ ਵੀ ਜੇ ਆਪਾਂ ਦੇਖੀਏ ਤਾਂ ਕੱਲ੍ਹ ਜਿਹੜੇ PTI ਟੀਚਰ ਹੈ, PTI ਟੀਚਰਾਂ ਦੀਆਂ ਕਾਫੀ ਸਾਰੀਆਂ ਅਸਾਮੀਆਂ ਖਾਲੀ ਪਈਆਂ। ਉਹਨਾਂ ਅਸਾਮੀਆਂ ਵਾਸਤੇ ਕਾਂਗਰਸੀ ਸਰਕਾਰ ਨੇ ਹਜ਼ਾਰਾਂ ਦੀ ਅਸਾਮੀਆਂ ਉਹਨਾਂ ਨੇ ਇੱਕ ਕੱਢ ਤੀਆਂ ਸੀ, ਆਪਣਾ ਇਸ਼ਤਿਹਾਰ ਕੱਢਤਾ ਸੀ ਕਿ ਤੁਸੀਂ ਅਪਲਾਈ ਕਰ ਸਕਦੇ ਹੋ। ਲੇਕਿਨ ਪੋਰਟਲ ਪਹਿਲਾਂ ਵੀ ਨਹੀਂ ਖੁੱਲ੍ਹਿਆ ਸੀ ਜਿੱਥੇ ਲੋਕ ਆਨਲਾਈਨ ਅਪਲਾਈ ਕਰਨ, ਤੇ ਅੱਜ ਵੀ ਨਹੀਂ ਖੁੱਲ੍ਹਿਆ ਵਾ। ਹੁਣ ਉਹਨਾਂ ਦੀ ਡਿਮਾਂਡ ਇਹ ਹੈ ਕਿ ਆਨਲਾਈਨ ਜਿਹੜੇ ਹੈਗੇ ਆ ਅਸੀਂ ਅਪਲਾਈ ਕਰ ਸਕੀਏ, ਪੋਰਟਲ ਖੋਲ੍ਹ ਦਿਓ, ਤੇ ਪੋਰਟਲ ਖੋਲ੍ਹਿਆ ਨਹੀਂ ਜਾ ਰਿਹਾ। ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਕਿ ਕੋਈ ਵੀ ਕੱਚਾ ਮੁਲਾਜ਼ਮ ਕੱਚਾ ਨਹੀਂ ਰਹੂਗਾ। ਜਿੱਦਾਂ ਅਸੀਂ ਆ ਗਿਆ ਹਰਾ ਪੈਨ ਹੈ ਮੇਰੇ ਹੱਥ 'ਚ, ਹਰਾ ਪੈਨ ਇਹਨਾਂ ਵਾਸਤੇ ਇਸਤੇਮਾਲ ਕਰਨਾ ਹੈ। 36,000 ਮੁਲਾਜ਼ਮਾਂ ਦੀ ਗੱਲ ਕਰਦੇ ਸੀ ਕਿ 36,000 ਮੁਲਾਜ਼ਮਾਂ ਨੂੰ ਪੱਕੇ ਕਰ ਦਿਆਂਗੇ। ਬਸ ਮੈਨੂੰ ਤਾਂ ਇੰਨਾ ਕੁ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਕੁਛ ਟੀਚਰਾਂ ਨੂੰ ਇਹਨਾਂ ਨੇ ਪੱਕੇ ਕੀਤਾ ਤੇ ਇਹ ਕਹਿੰਦੇ ਜੀ ਪੱਕੇ ਕਰ ਦਿਆਂਗੇ। ਸ਼ਾਇਦ ਗੁਜਰਾਤ ਦੀਆਂ ਚੋਣਾਂ ਨੂੰ ਉਡੀਕਦੀ ਹੈ। ਗੁਜਰਾਤ ਦੀਆਂ ਚੋਣਾਂ ਦੇ ਨੇੜੇ ਆ ਕੇ ਕੋਈ ਨੋਟੀਫਿਕੇਸ਼ਨ ਬੇਸ਼ੱਕ ਜਾਰੀ ਕਰ ਦੇਣ। ਔਰ ਕੋਮਤਾ ਜੀ ਜੇ ਹੁਣ ਕਰ ਵੀ ਦੇਣਗੇ ਤਾਂ ਤੁਸੀਂ ਦੇਖੋ ਜਿਹੜੇ ਬੱਚੇ 40-40 ਸਾਲ ਦੀ ਉਮਰ 'ਚ ਪਹੁੰਚ ਗਏ ਆ, ਬੱਚੇ ਨਹੀਂ ਹੁਣ ਤਾਂ ਉਹ ਪੂਰੇ ਮਰਦ ਬਣ ਗਏ, ਬਾਲਗਾਂ ਤੋਂ ਵੀ ਅੱਗੇ ਚਲੇ ਗਏ, ਆਪ ਬਾਲ ਬੱਚਿਆਂ ਵਾਲੇ ਹੋ ਗਏ। ਜਿਨ੍ਹਾਂ ਬੰਦਿਆਂ ਨੂੰ 10-10 15-15 ਸਾਲਾਂ ਤੋਂ ਕੱਚੇ ਮੁਲਾਜ਼ਮਾਂ ਦੇ ਤੌਰ 'ਤੇ ਭਰਤੀ ਕੀਤੀ ਹੈ, ਦਿਹਾੜੀ ਵਰਗੇ ਉਹਨੂੰ 5-5 4-4 ਹਜ਼ਾਰ ਰੁਪਈਆ ਤਨਖਾਹ ਮਿਲਦੀ ਹੈ। ਜੇ ਉਹਨਾਂ ਨੂੰ ਪੱਕੇ ਕਰਨਗੇ ਵੀ ਤਾਂ 3 ਸਾਲ ਉਹਨਾਂ ਨੂੰ ਜਿਹੜਾ ਹੈਗਾ ਪੁਰਾਣੀ ਤਨਖਾਹ 'ਤੇ ਕੰਮ ਕਰਨਾ ਪਊਗਾ ਬੇਸਕਤੀ। ਔਰ ਉਹ ਤੋਂ ਬਾਅਦ ਫਿਰ ਜਿਹੜੀ ਕੀ ਤਨਖਾਹ ਮਿਲੂਗੀ, ਕਿਹੋ ਜਿਹੀਆਂ ਉਹਨਾਂ ਨੂੰ ਪੈਨਸ਼ਨਾਂ ਮਿਲਣਗੀਆਂ, ਕੀ ਹੈ ਜ਼ਿੰਦਗੀ, ਮਤਲਬ ਉਹਨਾਂ ਦੀ ਕਿਸਮ ਦੀ ਆਪਾਂ ਕਹਿ ਸਕਦੇ ਹਾਂ ਬਰਬਾਦ ਹੋਣੀ ਵਾਲੀ ਗੱਲ ਹੈਗੀ।
ਸੋ ਉਹਨੂੰ ਜਿਹੜਾ ਨਿੱਤ ਜਿਹੜਾ ਕਾਟੋ ਕਲੇਸ਼ ਹੁੰਦਾ ਉਹ ਇਸੇ ਕਰਕੇ ਕਾਟੋ ਕਲੇਸ਼ ਹੁੰਦਾ ਤੇ ਇਹਨੂੰ ਇਗਨੋਰ ਕਰ ਰਿਹਾ ਸਾਰਾ ਕੁਝ। ਇਹ ਇੱਕ ਬਹੁਤ ਮਹਿੰਗਾ ਪੈ ਸਕਦਾ ਸਰਕਾਰ ਨੂੰ। ਔਰ ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ ਕਿ ਗੈਂਗਸਟਰ ਨਾਲ ਖਾੜਕੂਬਾਜ਼ ਇਹਨਾਂ ਦਾ ਇਕੱਠ ਹੋ ਜਾਣਾ। ਤੇ ਇਹ ਜੇ ਆਪਾਂ ਦੇਖਦੇ ਹਾਂ ਕਿਉਂ ਹੁੰਦੀ ਹੈ, ਬਗਾਵਤਾਂ ਉਦੋਂ ਪੈਦਾ ਹੁੰਦੀਆਂ ਜਦੋਂ ਲੋਕਾਂ ਦੇ ਵਿੱਚ ਬੇਚੈਨੀ ਹੁੰਦੀ ਹੈ। ਜੇ ਸਰਕਾਰ ਬੇਚੈਨੀ ਦਾ ਕੋਈ ਹੱਲ ਨਾ ਕਰੂਗੀ ਤਾਂ ਇਹ ਉਸ ਵੇਲੇ ਹੀ ਸਾਰਾ ਕੁਝ ਹੁੰਦਾ ਹੈ। ਰੂਲ ਆਫ ਨਾ ਰਹੂਗਾ ਤਾਂ ਉਸ ਵੇਲੇ ਹੀ ਲੋਕਾਂ ਦੇ ਵਿੱਚ ਬਗਾਵਤ ਪੈਦਾ ਹੁੰਦੀ ਹੈ। ਇਹ ਕਾਫੀ ਜਿਹੜਾ ਹੈਗਾ ਚਿੰਤਾ ਵਾਲਾ ਵਿਸ਼ਾ, ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੂੰ ਬਾਕੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਬਾਕੀ ਸਟੇਟਾਂ ਦੇ ਵਿੱਚ ਸਰਕਾਰਾਂ ਬਣਾਉਣੀਆਂ, ਉਹਦੀ ਬਜਾਏ ਉਹਨਾਂ ਦੀ ਜਿਹੜੀ ਬਣੀ ਹੋਈ ਸਰਕਾਰ ਹੈ ਇਸੇ ਨੂੰ ਸੰਭਾਲ ਲੈਣ, ਚੰਗੀ ਗੱਲ ਹੈ। ਹੁਣ ਤੁਸੀਂ ਦੇਖੋ ਕਿੰਨੀ, ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ, ਇਹ ਲਗਾਤਾਰ ਲੋਕ ਪੋਸਟਾਂ ਪਾ ਰਹੇ ਹੈ, ਦੱਸ ਰਹੇ ਹੈ ਕਿ ਗੁਜਰਾਤ ਹੋਵੇ, ਆਸਾਮ ਹੋਵੇ, ਪਤਾ ਨਹੀਂ ਕਿੱਥੇ ਕਿੱਥੇ ਜਿਹੜੇ ਜੋ ਪ੍ਰਾਪਤੀਆਂ ਪੰਜਾਬ ਸਰਕਾਰ ਦੀਆਂ ਔਰ ਉਹਨਾਂ ਦੇ ਇਸ਼ਤਿਹਾਰ ਜਿਹੜੇ ਹੈਗੇ ਹੈ ਉਹਨਾਂ ਦੀਆਂ ਉੱਥੋਂ ਦੀਆਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੇ, ਉਹਨਾਂ ਨਾਲ ਉਹਦਾ ਕੀ ਤਾਲੁਕ ਹੈ। ਔਰ ਇਹੀ ਚੀਜ਼ ਆਪਾਂ ਦੇਖੀਏ, ਇਹੀ ਮੋਡਸ ਆਪਰੈਂਡੀ ਪੰਜਾਬ ਵੇਲੇ ਵੀ ਸੀ। ਦਿੱਲੀ ਦਾ ਸਰਮਾਇਆ ਜਿਹੜਾ ਉਹ ਪੰਜਾਬ 'ਚ ਲੱਗਦਾ ਹੁੰਦਾ ਸੀ ਜੀ, ਕੇਜਰੀਵਾਲ ਨੇ ਇਹ ਕਰਤਾ। ਹੁਣ ਇਹ ਵਾਰ-ਵਾਰ ਕਹਿ ਰਹੇ ਜੀ ਅਸੀਂ ਮੁਹੱਲਾ ਕਲੀਨਿਕ ਸ਼ੁਰੂ ਕਰ ਦਿੱਤੇ, 100 ਮੁਹੱਲਾ ਕਲੀਨਿਕ ਬਣਾਤਾ, 75 ਮੁਹੱਲਾ ਕਲੀਨਿਕ ਬਣਾ ਲਏ। 75 ਜਾਂ 100 ਮੁਹੱਲਾ ਕਲੀਨਿਕਾਂ ਦਾ ਕੀ ਬਣੂ ਜਦੋਂ ਸਾਡੇ ਸਾਹਮਣੇ ਪਠਾਨਕੋਟ ਵਰਗੀਆਂ ਘਟਨਾਵਾਂ ਹੁੰਦੀਆਂ, ਜਿੱਥੇ ਇੱਕ ਔਰਤ ਜਿਹੜੀ ਨੇ ਆਪਣੇ ਬੱਚੇ ਨੂੰ ਜਨਮ ਦੇਣਾ ਸੀਗਾ, ਉਹਦਾ ਪਤੀ ਪ੍ਰਵਾਸੀ ਔਰਤ ਦਾ ਪਤੀ ਉਹਦਾ ਮਿੰਨਤਾਂ ਕਰਦਾ ਕਿ ਮੇਰੀ ਵਾਈਫ ਨੂੰ ਐਡਮਿਟ ਕਰ ਲਓ, ਕੋਈ ਐਡਮਿਟ ਨਹੀਂ ਕਰਦਾ ਔਰ ਉਹਨੂੰ ਬੱਚੇ ਨੂੰ ਜਨਮ ਦੇਣਾ ਪੈਂਦਾ ਹੈ ਫਰਸ਼ ਦੇ ਉੱਤੇ, ਹਾਂ ਲੇਬਰ ਰੂਮ ਦੇ ਬਾਹਰ ਫਰਸ਼ ਤੇ ਜਨਮ ਦੇਣਾ ਪੈਂਦਾ। ਤੇ ਜੇ ਕਿਸੇ ਬੰਦੇ ਨੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਤੀ, ਉਹਨੂੰ ਸਾਡੇ ਸਿਹਤ ਮੰਤਰੀ ਕਹਿੰਦੇ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਿ ਉਹਨੇ ਕਿਉਂ ਕੀਤੀ। ਤੇ ਅੱਜ ਮੈਂ ਸੁਣ ਰਿਹਾ ਸੀ, ਕਹਿੰਦੇ ਉਹ ਬੰਦਾ ਆ ਗਿਆ, ਸਾਹਮਣੇ ਆ ਗਿਆ, ਉਹ ਕਹਿੰਦਾ ਜੀ ਮੈਂ ਤਾਂ ਵਾਇਰਲ ਕਰਦਾ ਕਿਉਂਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਜਿੱਥੇ ਕਮੀ ਪੇਸ਼ੀ ਦੇਖਦੇ ਤੁਸੀਂ ਉਹ ਕਮੀ ਪੇਸ਼ੀ ਦੇਖ ਕੇ ਵੀਡੀਓ ਬਣਾਓ ਤੇ ਸਾਨੂੰ ਭੇਜੋ, ਤੇ ਹੁਣ ਮੇਰੇ ਖਿਲਾਫ ਜਿਹੜੀ ਕਾਰਵਾਈ ਕਰਨੀ ਹੈ ਕਰ ਲਓ। ਹੁਣ ਇਹੋ ਜਿਹੀ ਜੇ ਸਥਿਤੀ ਹੈਗੀ ਹੈ ਤਾਂ ਇਹ ਬਹੁਤ ਖਤਰਨਾਕ ਹੈ, ਬਹੁਤ ਫਿਕਰਮੰਦਗੀ ਵਾਲੀ ਗੱਲ ਹੈ। ਮਾਨ ਸਾਹਿਬ ਨੂੰ ਚਾਹੀਦਾ ਕਿ ਉਹ ਆਪਣੀ ਸਟੇਟ ਨੂੰ ਸੰਭਾਲਣ। ਪੰਜਾਬ ਜਿਹੜਾ ਹੈ ਜੀ ਇਸ ਵੇਲੇ ਇੱਕ ਇਹੋ ਜਿਹੇ ਮਰਹਲੇ ਤੇ ਖੜਾ ਹੈ, ਇਹ ਤਖਤ ਜਾਂ ਤਖਤ ਕਿਸੇ ਵੀ ਪਾਸੇ ਜਾ ਸਕਦਾ ਹੈ। ਬਹੁਤ ਖਤਰਨਾਕ ਪੀੜ ਚੋਂ ਆਪਾਂ ਗੁਜ਼ਰ ਰਹੇ ਹਾਂ। ਪ੍ਰਧਾਨ ਮੰਤਰੀ ਬਣਾਉਣ ਵਾਸਤੇ ਕੇਜਰੀਵਾਲ ਸਾਹਿਬ ਲਈ ਹਵਾ ਬਣਾਉਣ ਦੇ ਨਾਲੋਂ ਬਿਹਤਰ ਇਹ ਹੈ ਕਿ ਆਪਦੇ ਲੋਕਾਂ ਵੱਲ ਧਿਆਨ ਦੇਣ ਮਾਨ ਸਾਹਿਬ, ਇਹ ਦਰਾਉਣ ਜੀ। ਜੀ ਬਿਲਕੁਲ, ਤੁਸੀਂ ਕਿਹਾ ਕਿ ਪੰਜਾਬ ਦਾ ਮਾਹੌਲ ਜਿੱਥੇ ਇਸ ਵੇਲੇ ਹੈਗਾ ਦਿਖਾਈ ਦੇ ਰਿਹਾ ਕਾਫੀ ਚਿੰਤਾ ਵਾਲਾ ਹੈ। ਮੈਨੂੰ ਲੱਗਦਾ ਕਿ ਸਿਰਫ ਇੱਕ ਤਸਵੀਰ ਨਹੀਂ, ਰੋਜ਼ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ, ਚਾਹੇ ਅਸੀਂ ਹਸਪਤਾਲਾਂ ਦੀਆਂ ਦੇਖ ਲਈਏ, ਪਠਾਨਕੋਟ ਹਸਪਤਾਲ ਦੀ ਦੇਖ ਲਈਏ, ਫਿਰ ਚਾਹੇ ਅਸੀਂ ਬਠਿੰਡਾ ਦੇ ਵਿੱਚ ਜੋ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਨਹੀਂ ਸੀ ਉੱਦਾਂ ਹੀ ਜਿਹੜਾ ਆਪਰੇਸ਼ਨ ਕੀਤੇ ਜਾ ਰਹੇ ਸੀ। ਉਸ ਤੋਂ ਬਾਅਦ ਮਾਨਸਾ ਦੇ ਵਿੱਚ ਐਕਸਪਾਇਰੀ ਵਾਲੀਆਂ ਦਵਾਈਆਂ ਜਿਹੜੀਆਂ ਉਹ ਜਿਹੜਾ ਪਤਾ ਲੱਗਾ ਕਿ ਡਾਕਟਰ ਦੇ ਵੱਲੋਂ ਨਿੱਜੀ ਡਾਕਟਰ ਤੋਂ ਕਾਬੂ ਕੀਤੀਆਂ। ਤੇ ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਬਹੁਤ ਪ੍ਰਚਾਰ ਕੀਤਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਨਸ਼ੇ ਅਸੀਂ ਖਤਮ ਕਰ ਦਾਂਗੇ, ਏਦਾਂ ਹੋਏਗਾ। ਪਰ ਹਰ ਰੋਜ਼ ਇੱਕ ਤਸਵੀਰ ਜਾਂ ਇੱਕ ਕਹਿ ਲਈਏ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਨਸ਼ੇ ਵਿੱਚ ਝੂਲਦੇ ਨੌਜਵਾਨ ਕੁੜੀਆਂ ਮੁੰਡੇ ਦਿਖਾਈ ਦਿੰਦੇ ਆ। ਸੋ ਇਹ ਵਰਤਾਰਾ ਰੁਕਦਾ ਨਜ਼ਰ ਆਉਂਦਾ ਹੈ ਜਾਂ ਨਹੀਂ ਆਉਂਦਾ? ਜੇ ਨਹੀਂ ਅਜੇ ਵੀ ਆਪ ਸਰਕਾਰ ਦੇ ਆਉਣ ਤੋਂ ਬਾਅਦ ਵੀ ਜੇ ਨਹੀਂ ਰੁਕ ਰਿਹਾ ਤਾਂ ਲੋਕ ਜਿਹੜੇ ਉਹ ਕਿਹਦੇ ਵੱਲ ਤੱਕਣਗੇ, ਕਿਹਦੇ ਵੱਲ ਜਿਹੜੀ ਉਮੀਦ ਲਾਉਣਗੇ, ਜਾਂ ਇਸੇ ਤਰੀਕੇ ਨਾਲ ਇਹ ਚੀਜ਼ਾਂ ਵੱਧਦੀਆਂ ਰਹਿਣਗੀਆਂ? ਕਿਉਂਕਿ ਮਸਲਾ ਉਦੋਂ ਵੀ ਇਹੀ ਸੀਗਾ, ਇਹੀ ਰੌਲਾ ਪਾਉਂਦੇ ਸੀ ਕਿ ਛੋਟੇ ਮੋਟੇ ਸੌਦਾਗਰਾਂ ਨੂੰ ਫੜਦੇ ਆ ਕਿ ਇਹ ਵੱਡੀਆਂ ਮੱਛੀਆਂ ਨਹੀਂ ਫੜ ਰਹੇ। ਪਰ ਜੇ ਪੰਜਾਬ ਦਾ ਹਾਲ ਹਲੇ ਵੀ ਉਹੀ ਹੈ ਤਾਂ ਫਿਰ ਕੋਈ ਬਦਲਾਅ ਤਾਂ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਵਿੱਚ। ਬਿਲਕੁਲ। ਅੱਜ ਕੋਮਤਾ ਜੀ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੀ ਡਿਸਟ੍ਰਿਕਟ ਦੀ ਕਮਿਸਟ ਐਸੋਸੀਏਸ਼ਨ ਨੇ, ਔਰ ਬੜੀ ਉਹਨਾਂ ਨੇ ਬੜੀ ਮਤਲਬ ਜਿਹੜੀ ਹੈਗੀ ਇਹੋ ਜਿਹੀ ਸੂਚਨਾ ਸਾਡੇ ਨਾਲ ਸਾਂਝੀ ਕੀਤੀ ਮੀਡੀਆ ਵਾਲਿਆਂ ਨਾਲ ਕਿ ਜਿਹੜੀ ਕੰਨ ਖੋਲ ਦਿੰਦੀ ਹੈ ਤੁਹਾਡੇ। ਆਮ ਤੌਰ 'ਤੇ ਤੁਸੀਂ ਦੇਖੋ ਸਾਡੇ ਜਿਹੜੇ ਹੈਗੇ ਡਰੱਗਸ ਵਿਭਾਗ ਵਾਲੇ ਜਾਂ ਪੁਲਿਸ ਵਾਲੇ ਜਾ ਕੇ ਨਿੱਕੀਆਂ ਨਿੱਕੀਆਂ ਜਿਹੜੀਆਂ ਕੈਮਿਸਟਾਂ ਦੀਆਂ ਸ਼ਾਪਸ ਆ ਉੱਥੇ ਰੇਡ ਕਰਦੇ ਆ ਜੀ, ਇੱਥੇ ਇੰਨੇ ਕੈਪਸੂਲ ਪੜ੍ਹ ਲਏ, ਇੰਨੇ ਕੈਪਸੂਲ ਪੜ੍ਹ ਲਏ, ਆਹ ਕਰ ਲਏ ਜੀ। ਉਹਨਾਂ ਨੇ ਅੱਜ ਜਿਹੜੀ ਸਾਨੂੰ ਕਹਾਣੀ ਦੱਸੀ ਹੈ, ਬਠਿੰਡੇ ਇੱਕ ਜਿਹੜੀ ਹੈਗਾ ਰਿਲਾਇੰਸ ਵਾਲਿਆਂ ਦਾ ਸਟੋਰ ਹੈਗਾ, ਔਰ ਉਸ ਸਟੋਰ ਦੇ ਉੱਤੇ ਉਹ ਔਨਲਾਈਨ ਆਪਣਾ ਸਮਾਨ ਮੰਗਵਾਉਂਦੇ ਹੁੰਦੇ ਸੀ। ਮੈਨੂੰ ਨਹੀਂ ਪਤਾ ਵੀ ਇਹ ਹਿੰਮਤ ਕਿਵੇਂ ਕਰ ਲਈ ਡਰੱਗ ਜਿਹੜਾ ਕਿਸੇ ਇੰਸਪੈਕਟਰ ਨੇ, ਤੇ ਉਹਨੇ ਪੁਲਿਸ ਨੂੰ ਨਾਲ ਲਿਆ ਤੇ ਕੱਲ੍ਹ ਉਹਨਾਂ ਨੇ ਜੀ ਉੱਥੇ ਰੇਡ ਕੀਤੀ, ਪਰਸੋਂ ਰੇਡ ਕਰਕੇ ਜਿਹੜੀਆਂ ਉੱਥੋਂ ਉਹਨਾਂ ਨੇ ਦਵਾਈਆਂ ਫੜੀਆਂ, ਸਾਰੀਆਂ ਨਸ਼ੀਲੀਆਂ ਦਵਾਈਆਂ ਉਹਨਾਂ ਨੇ ਉਹ ਉੱਥੋਂ ਫੜੀਆਂ ਵੀ ਆਹ ਲਓ ਜੀ, ਬਰਾਮਦ ਕੀਤੀਆਂ ਵੀ ਆਹ ਦਵਾਈਆਂ। ਔਰ ਉਹ ਦਵਾਈਆਂ ਜਿਹੜੀਆਂ ਉਹਨਾਂ ਨੇ ਮੰਗਾ ਲਈਆਂ, ਉਹਨਾਂ ਨੇ ਮੰਗਵਾਈਆਂ ਕਾਹਦੇ ਆਧਾਰ 'ਤੇ? ਉਹਨਾਂ ਨੇ ਸਿਰਫ ਲਾਇਸੈਂਸ ਆਪਣੀ ਫਰਮ ਦੇ ਨਾਂ ਦੇ ਉੱਤੇ ਲੈ ਲਿਆ। ਆਮ ਤੌਰ ਦੇ ਉੱਤੇ ਆਪਾਂ ਜੇ ਦੇਖੀਏ ਜਿਹੜੇ ਇਸ ਕਿਸਮ ਦੇ ਲਾਇਸੈਂਸ ਹੁੰਦੇ ਆ, ਲਾਇਸੈਂਸ ਜਿਹਨੇ ਡੀ ਫਾਰਮੇਸੀ ਕੀਤੀ ਹੁੰਦੀ ਹੈ ਉਸੇ ਨੂੰ ਮਿਲਦਾ ਹੈ, ਬਗੈਰ ਡੀ ਫਾਰਮੇਸੀ ਤੋਂ ਨਹੀਂ ਮਿਲਦਾ। ਜਿੱਥੇ ਦੁਕਾਨ ਖੋਲ੍ਹੀ ਹੁੰਦੀ ਹੈ ਦੁਕਾਨ ਦਾ ਨਕਸ਼ਾ ਦੇਣਾ ਪੈਂਦਾ ਹੈ, ਉੱਥੇ ਤੁਹਾਨੂੰ ਜਿਹੜਾ ਹੈਗਾ ਅਧਿਕਾਰਤ ਪ੍ਰਤੀਨਿਧ ਜਿਹੜਾ ਕੰਪਨੀਆਂ ਦਾ ਉਹੀ ਆ ਕੇ ਤੁਹਾਨੂੰ ਮੈਡੀਸਨ ਮੁਹੱਈਆ ਕਰਵਾਉਂਦਾ ਹੈ। ਜੇ ਤੁਸੀਂ ਆਪਣੇ ਬਾਈਕ ਦੇ ਉੱਤੇ, ਆਪਣੀ ਤੁਸੀਂ ਗੱਡੀ ਦੇ ਉੱਤੇ ਲੈ ਕੇ ਆ ਰਹੇ ਹੋ ਰਸਤੇ ਦੇ ਵਿੱਚ, ਤੁਹਾਨੂੰ ਡਿਟੇਨ ਕੀਤਾ ਜਾ ਸਕਦਾ, ਤੁਹਾਡੇ 'ਤੇ ਕੇਸ ਰਜਿਸਟਰ ਕੀਤਾ ਜਾ ਸਕਦਾ ਕਿ ਤੁਸੀਂ ਆਹ ਕੀ ਕਰਦੇ ਹੋ। ਲੇਕਿਨ ਜਿਹੜੇ ਕਾਰਪੋਰੇਟ ਘਰਾਣੇ ਆ, ਕਾਰਪੋਰੇਟ ਘਰਾਣੇ ਨੂੰ ਪੁੱਛਦਾ ਕੋਈ ਨਹੀਂ, ਇਹ ਸਪਲਾਈ ਆਨਲਾਈਨ ਮੰਗਾਉਂਦੇ ਆ ਔਰ ਇਹਨਾਂ ਨੂੰ ਮਿਲ ਰਹੀ ਹੈ ਸਪਲਾਈ।
ਔਰ ਉਹ ਆਨਲਾਈਨ ਸਪਲਾਈ ਜਿਹੜੀ ਹੈਗੀ ਹੈ, ਜਿੱਥੇ ਕਿਉਂਕਿ ਕੈਮਿਸਟਾਂ ਵਾਸਤੇ ਤਾਂ ਇਹ ਲਾਤੀ ਹੈ ਇਹਨਾਂ ਨੇ, ਬੰਦਸ਼ ਲਾ ਦਿੱਤੀ ਕਿ ਕੈਮਿਸਟ ਜੇ ਵੇਚਣਗੇ ਤਾਂ ਉਹ ਡਾਕਟਰ ਦੀ ਜਿਹੜੀ ਹੈਗੀ ਹੈ ਸਿਫਾਰਿਸ਼ ਦੇ ਅਨੁਸਾਰ ਹੀ ਜਿਹੜੀ ਪਰਚੀ ਲਿਖੀ ਹੈ ਉਹਦੇ ਮੁਤਾਬਕ ਹੀ ਵੇਚਣਗੇ। ਉਹਨਾਂ ਕੋਲ ਤਾਂ ਫਿਰ ਡਾਕਟਰਾਂ ਦੀ ਪਰਚੀ ਕੋਈ ਲੈਣ ਹੀ ਨਹੀਂ ਜਾਂਦਾ। ਉਹਨਾਂ ਨੇ ਜਿਹੜੇ ਨਸ਼ਿਆਂ ਦੇ ਵਪਾਰੀ ਆ ਉਹਨਾਂ ਨੂੰ ਭੇਜ ਦਿੰਦੇ ਆ। ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ, ਇਹ ਆਪਾਂ ਕਹਿ ਸਕਦੇ ਹਾਂ ਸਾਜ਼ਿਸ਼ਾਨਾ ਢੰਗ ਦੇ ਨਾਲ ਕਾਰੋਬਾਰ ਦੇ ਲਿਹਾਜ਼ ਨਾਲ ਲੋਕਾਂ ਨੂੰ ਨਸ਼ੇੜੀ ਬਣਾਇਆ ਜਾ ਰਿਹਾ ਹੈ। ਪਹਿਲਾਂ ਜੇ ਆਪਾਂ ਦੇਖੀਏ ਚਾਈਨਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਨਸ਼ਾ ਕਰਦੇ ਸੀ, ਲੇਕਿਨ ਜਦੋਂ ਉੱਥੇ 49 ਦੇ ਵਿੱਚ ਰੈਗੂਲੇਸ਼ਨ ਆਇਆ, ਉਹਨਾਂ ਨੇ ਇੱਕ ਆਪਰੇਸ਼ਨ ਕੀਤਾ, ਲੋਕਾਂ ਨੂੰ ਸੁਚੇਤ ਕੀਤਾ, ਇੱਕ ਕੰਪੇਨ ਚਲਾਈ ਔਰ ਉਸ ਕੰਪੇਨ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਮਾਨਸਿਕ ਰੋਗੀ ਮੰਨ ਕੇ ਉਹਨਾਂ ਦਾ ਟ੍ਰੀਟਮੈਂਟ ਕੀਤਾ। ਟ੍ਰੀਟਮੈਂਟ ਕਰਨ ਤੋਂ ਬਾਅਦ ਉਹਨਾਂ ਤੇ ਪਹਿਰਾ ਦਿੱਤਾ ਕਿ ਉਹ ਬੰਦੇ ਨਾ ਲੈਣ ਨਸ਼ਾ। ਜੇ ਡਿਮਾਂਡ ਹੀ ਨਾ ਰਹੂਗੀ ਤਾਂ ਸਪਲਾਈ ਕਿੱਥੋਂ ਆਊਗੀ? ਵੱਡੀ ਗੱਲ ਇਹ ਹੈ ਕਿ ਇੱਥੇ ਹੁਣ ਇਕੱਲਾ ਸਿਰਫ ਤੇ ਸਿਰਫ ਰੇਡਾਂ ਕਰ ਲਓ, ਪਰਚੇ ਦੇ ਦਿਓ, ਬੰਦਿਆਂ ਨੂੰ ਜੇਲ੍ਹਾਂ 'ਚ ਭੇਜ ਦਿਓ। ਇਲਾਜ ਇਹ ਨਹੀਂ, ਇਲਾਜ ਇਹ ਹੋਣਾ ਚਾਹੀਦਾ ਕਿ ਲੋਕਾਂ ਨੂੰ, ਜਿਹੜੇ ਲੋਕ ਐਡਿਕਟਡ ਹੈਗੇ, ਉਹਨਾਂ ਦਾ, ਜਿਹੜੇ ਜਵਾਨ ਮੁੰਡੇ ਆ, ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾਵੇ। ਔਰ ਜਿਵੇਂ ਕਿ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਸੀ ਕਿ ਜਿਹੜੇ ਬੰਦੇ ਐਡਿਕਟਡ ਆ, 50 ਸਾਲ ਤੋਂ ਉੱਪਰ ਵਾਲੇ, 60 ਸਾਲ ਤੋਂ ਉੱਪਰ ਵਾਲੇ ਬਜ਼ੁਰਗ ਬੰਦੇ ਆ, ਉਹਨਾਂ ਨੂੰ ਲਾਇਸੈਂਸ ਵਗੈਰਾ ਬਣਾ ਕੇ ਰਵਾਇਤੀ ਨਸ਼ੇ ਦਿੱਤੇ ਜਾਣ। ਓਪੀਐਮ ਵਗੈਰਾ, ਭੁੱਕੀ ਭਾਕੀ, ਸਿੰਥੈਟਿਕ ਨਸ਼ਾ ਹੀ ਅਸਲ ਦੇ ਵਿੱਚ ਜਿਹੜੀ ਬਰਬਾਦੀ ਦਾ ਕਾਰਨ ਬਣਦਾ ਹੈ। ਤੇ ਸਿੰਥੈਟਿਕ ਨਸ਼ਾ ਆਉਂਦਾ ਕਿੱਥੋਂ? ਸਿੰਥੈਟਿਕ ਨਸ਼ਾ ਤਾਂ ਫਿਰ ਕਾਰਪੋਰੇਟ ਘਰਾਣਿਆਂ ਵੱਲੋਂ ਆਉਂਦਾ ਹੈ। ਮੇਰੇ ਯਾਦ ਹੈ ਕਿ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਐਕਟਿਵਿਸਟ ਜਾਂ ਕੋਈ ਜਰਨਲਿਸਟ ਜਾਂ ਕੋਈ ਬੁੱਧੀਜੀਵੀ ਇਹ ਗੱਲ ਕਰਦੇ ਹੁੰਦੇ ਸੀਗੇ ਕਿ ਕਾਰਪੋਰੇਟ ਘਰਾਣੇ ਕਿਵੇਂ ਭਾਰਤ ਦਾ ਕਾਰੋਬਾਰ ਜਿਹੜਾ ਹੈਗਾ ਇਹਦੇ ਤੇ ਕਬਜ਼ਾ ਕਰਨਗੇ ਤੇ ਆਮ ਛੋਟੇ-ਛੋਟੇ ਕਾਰੋਬਾਰੀ ਹੈ ਜਿਹੜੇ, ਉਹ ਕਾਰੋਬਾਰੀ ਘਸਿਆਰੇ ਬਣ ਜਾਣਗੇ, ਉਹ ਲੇਬਰ ਦੇ ਰੂਪ ਵਿੱਚ ਤਬਦੀਲ ਹੋ ਲੈਣਗੇ। ਤੇ ਇਹ ਲੋਕ ਜਿਹੜੇ ਅੱਜ ਪ੍ਰੈਸ ਕਾਨਫਰੰਸਾਂ ਕਰਦੇ ਉਦੋਂ ਹੱਸਦੇ ਹੁੰਦੇ ਸੀ ਵੀ ਤਾਂ ਪਾਗਲ ਹੋ ਗਏ, ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ। ਤੇ ਅੱਜ ਮੈਂ ਇੱਕ ਕੁਐਸਚਨ ਕੀਤਾ ਵੀ ਉਹਨਾਂ ਨੂੰ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ, ਜੀ ਨੇ ਮੈਨੂੰ ਇਹ ਗੱਲ ਕਹੀ ਸੀ। ਮੈਂ ਕਿਹਾ ਵੀ ਗੱਲ ਕੀ? ਕਹਿੰਦਾ ਜੀ ਬਿਲਕੁਲ, ਹੁਣ ਸਾਨੂੰ ਪਤਾ ਲੱਗਦਾ ਕਿ ਸਾਡਾ ਤਾਂ ਕਾਰੋਬਾਰ ਹੀ ਖੋਇਆ ਜਾ ਰਿਹਾ। ਇੱਕ ਪਾਸੇ ਆਮ ਛੋਟੇ ਜਿਹੜੇ ਹੈਗੇ ਕਾਰੋਬਾਰੀ, ਉਹਨਾਂ ਦਾ ਕਾਰੋਬਾਰ ਖੋ ਕੇ ਉਹਨਾਂ ਤੇ ਕਬਜ਼ਾ ਕੀਤਾ ਜਾ ਰਿਹਾ, ਦੂਜੇ ਪਾਸੇ ਜ਼ਹਿਰ ਜਿਹੜਾ ਹੈਗਾ ਸਮਾਜ ਦੇ ਵਿੱਚ ਉਹਨਾਂ ਵੱਲੋਂ ਸਪਲਾਈ ਕੀਤਾ ਜਾ ਰਿਹਾ, ਜਿਹੜਾ ਸਾਡੇ ਸਮਾਜ ਨੂੰ ਘੁਣ ਵਾਂਗੂ ਖਾ ਰਿਹਾ ਹੈ। ਤੁਸੀਂ ਹੁਣ ਦੇਖੋ ਕਿ ਸਾਡੇ ਪੰਜਾਬ ਦੇ ਵਿੱਚ ਕਿਸ ਹੱਦ ਤੱਕ ਹੈ, ਜਿਹੜੇ ਬੱਚੇ ਬਾਹਰ ਚਲੇ ਗਏ, ਜਿਹੜੇ ਬੱਚੇ ਇੱਧਰ ਰਹਿੰਗੇ ਹੈ, ਉਹ ਔਲਾਦ ਪੈਦਾ ਕਰਨ ਦੇ ਸਮਰੱਥ ਨਹੀਂ ਰਹੇ, ਚਾਹੇ ਕੁੜੀਆਂ ਤੇ ਚਾਹੇ ਮੁੰਡੇ ਆ। ਇਹ ਇੱਕ ਵੱਡਾ ਸੰਕਟ ਖੜਾ ਹੋ ਗਿਆ ਪੰਜਾਬ 'ਚ। ਜੀ ਬਿਲਕੁਲ ਜੀ, ਬਿਲਕੁਲ। ਇਹ ਜਿਹਾ ਮੁੱਦਾ ਜਿਹੜਾ ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਫੀਮ ਭੁੱਕੀ, ਜਿਹੜਾ ਧਰਮਵੀਰ ਗਾਂਧੀ ਵੀ ਕਹਿੰਦੇ ਆਏ ਕਿ ਹਾਂ ਇਹਨੂੰ ਤੁਸੀਂ ਕਾਨੂੰਨੀ ਤੌਰ ਤੇ ਕਰ ਦਿਓ ਤਾਂ ਜਿਹੜੀ ਪੰਜਾਬ ਦੀ ਜਵਾਨੀ ਬਚ ਜਾਏਗੀ। ਕਿਤੇ ਨਾ ਕਿਤੇ ਕਾਰਪੋਰੇਟਰਾਂ ਦੇ ਕਰਕੇ ਹੀ ਇਹ ਚੀਜ਼ਾਂ ਜਿਹੜੀਆਂ ਨਹੀਂ ਲਾਗੂ ਕੀਤੀਆਂ ਜਾ ਰਹੀਆਂ, ਕਿਉਂਕਿ ਅਸੀਂ ਦੇਖਦੇ ਹਾਂ ਹਰ ਰੋਜ਼ ਸਿੰਥੈਟਿਕ ਨਸ਼ੇ ਦੇ ਕਾਰਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ 2 ਤਸਵੀਰਾਂ ਸਾਹਮਣੇ ਆ ਚੁੱਕੀਆਂ। ਹੁਣ ਅਸੀਂ ਕੱਲ੍ਹ ਦੀ ਜਿਹੜੀ ਇੱਕ ਬਹੁਤ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ, ਉਹ ਹੈਗੀ ਆ ਫੱਤੂਵਾਲ ਪਿੰਡ, ਜਿਹੜਾ ਬਾਬਾ ਬਕਾਲਾ ਤੋਂ ਇੱਕ ਨੌਜਵਾਨ ਮੁੰਡਾ ਖੇਤਾਂ 'ਚ ਜਿਹੜਾ ਝੂਲਦਾ ਨਜ਼ਰ ਆ ਰਿਹਾ ਹੈ। ਸੋ ਕਾਰਪੋਰੇਟਰਾਂ ਦਾ ਹੱਥ ਮੰਨ ਸਕਦੇ ਹਾਂ ਕਿ ਉਹਨਾਂ ਦਾ ਕਾਰੋਬਾਰ ਚਲਾਉਣ ਦੇ ਲਈ ਜਿਹੜਾ ਪੰਜਾਬ ਦੀ ਜਿਹੜੀ ਨੌਜਵਾਨੀ ਨੂੰ ਨਸ਼ੇ ਵਿੱਚ ਜਿਹੜਾ ਧੱਕਣ ਦਿੱਤਾ ਜਾ ਰਿਹਾ। ਦੇਖੋ ਗੱਲ ਕੀ ਹੈ ਕਿ ਕਈ ਵਾਰੀ ਆਪਾਂ ਨੂੰ ਭੁਲੇਖਾ ਪੈ ਜਾਂਦਾ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ। ਭਗਵੰਤ ਸਿੰਘ ਮਾਨ ਇੱਕ ਅਪਵਾਦ ਹੈ, ਕਿਉਂਕਿ ਇੱਥੇ ਪੁਰਾਣਿਆਂ ਨੂੰ ਰੱਦ ਕਰਕੇ ਲੋਕਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਕਿ ਕਾਲਾ ਚੋਰ ਆ, ਜਿਹੜਾ ਮਰਜ਼ੀ ਆ ਜਾਏ ਅਸੀਂ ਉਹਨੂੰ ਲੈ ਕੇ ਆਉਣਾ। ਕਾਂਗਰਸੀ ਤੇ ਗੱਲ ਅਸੀਂ ਨੇੜੇ ਨਹੀਂ ਆਉਣ ਦੇਣੀ। ਕੁੱਲ ਮਿਲਾ ਕੇ ਜੇ ਆਪਾਂ ਦੇਖੀਏ, ਜਿਹੜੇ ਸ਼ਾਸਕ ਆ ਨਾ, ਵੇਖਣ ਨੂੰ ਸਾਨੂੰ ਇਉਂ ਲੱਗਦਾ ਕਿ ਸ਼ਾਸਕ ਜਿਹੜੇ ਫਲਾਣੇ ਬੰਦੇ ਰਾਜ ਕਰ ਰਹੇ, ਇਨਫੈਕਟ ਕਾਰਪੋਰੇਟਰ ਹੀ ਰਾਜ ਕਰ ਰਿਹਾ। ਪਾਲਿਸੀਆਂ ਉਹਨਾਂ ਦੇ ਮੁਤਾਬਕ ਹੀ ਬਣਦੀਆਂ, ਸਭ ਕੁਝ ਉਹਨਾਂ ਦੇ ਮੁਤਾਬਕ ਹੀ ਚੱਲ ਰਿਹਾ ਹੈ। ਕਾਰਪੋਰੇਟਰਾਂ ਦੀ ਬਦੌਲਤ ਹੀ ਸਾਰਾ ਕੁਝ ਹੋ ਗਿਆ। ਜੇ ਮੰਨ ਲਓ ਰਵਾਇਤੀ ਨਸ਼ਿਆਂ ਵਾਲੀ ਗੱਲ ਹੋਈ, ਮੈਡੀਕਲ ਦੇ ਆਧਾਰ ਦੇ ਉੱਤੇ ਹੋ ਜਾ, ਆਪਾਂ ਨਹੀਂ ਕਹਿ ਸਕਦੇ ਕਿ ਤੁਸੀਂ ਡਿਪੂ ਖੋਲ ਦਿਓ। ਵੈਸੇ ਰਾਜਸਥਾਨ ਦੇ ਵਿੱਚ, ਅਸੀਂ ਰਾਜਸਥਾਨ ਦੇ ਨਾਲ ਹੀ ਬੈਠੇ ਹਾਂ, ਰਾਜਸਥਾਨ ਦੇ ਵਿੱਚ ਜਦੋਂ ਅਫੀਮ ਭੁੱਕੀ ਦੇ ਠੇਕੇ ਹੁੰਦੇ ਸੀ, ਉਹਨਾਂ ਪਿੰਡਾਂ ਦੇ ਵਿੱਚ ਲੋਕ ਖਾਂਦੇ ਨਹੀਂ ਸੀ। ਜਿਹਨੂੰ ਲੋੜ ਹੁੰਦੀ ਸੀ, ਜੇ ਉਹਨੂੰ ਕੋਈ ਕੰਮ ਧੰਦਾ ਕਰਨਾ ਜਾ ਕੇ ਉਹਨੇ ਇੱਕ ਉੱਥੋਂ ਲਈ ਥੋੜ੍ਹੀ ਬਹੁਤੀ ਆਪਦਾ ਕੰਮ ਕੀਤਾ ਤੇ ਮੁੜ ਕੇ ਲੋੜ ਨਹੀਂ ਪੈਂਦੀ ਸੀ। ਜਦੋਂ ਕਿਸੇ ਚੀਜ਼ ਦੇ ਉੱਤੇ ਕੋਮਤਾ ਜੀ ਬੰਦਸ਼ ਲੱਗੀ ਹੁੰਦੀ ਹੈ ਤੇ ਫਿਰ ਉਹਨੂੰ ਸਟੋਰ ਕਰਨ ਦੀ ਵੀ ਪ੍ਰਵਿਰਤੀ ਪੈਦਾ ਹੁੰਦੀ ਹੈ ਕਿ ਹਾਂ ਇਹਨੂੰ ਸਟੋਰ ਕੀਤਾ ਜਾਵੇ, ਕੱਲ੍ਹ ਨੂੰ ਚੀਜ਼ ਮਿਲੂਗੀ ਨਾ ਮਿਲੂ। ਜਦੋਂ ਓਪਨ ਹੋਵੇ ਕੋਈ ਨਹੀਂ। ਪਰ ਮੈਂ ਇਹਦੇ ਵੀ ਹੱਕ 'ਚ ਨਹੀਂ, ਮੈਂ ਕਹਿੰਦਾ ਕਿ ਸਿਰਫ ਤੇ ਸਿਰਫ ਜਿਹੜਾ ਹੈਗਾ, ਜਿਹੜੇ ਯੰਗ ਹੈ, ਯੂਥ ਹੈ, ਜਿਹੜਾ ਯੂਥ ਦਾ, ਉਹਨਾਂ ਨੂੰ ਇੱਕ ਸਮਝ ਲਓ ਤੁਸੀਂ ਪੇਸ਼ੈਂਟ ਸਮਝ ਕੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਔਰ ਮਨੋਵਿਗਿਆਨਕ ਇਲਾਜ ਕਰਵਾਇਆ ਜਾਵੇ। ਸਾਡੇ ਕੋਲ ਤਾਂ ਅੱਜ ਤੱਕ ਉਹ ਤਕਨੀਕ ਹੀ ਹੈ ਨਹੀਂ ਜਿਹੜਾ ਇਲਾਜ ਕਰਾਉਂਦੇ। ਵਿਦੇਸ਼ਾਂ ਦੇ ਵਿੱਚ ਲੋਕਾਂ ਦਾ ਇਲਾਜ ਹੁੰਦਾ ਹੈ। ਦੂਜੇ ਪਾਸੇ ਜਿਹੜੇ ਏਜਡ ਬੰਦੇ ਹੈ, ਜਿਹੜੇ ਇਸ ਸਟੇਜ ਦੇ ਉੱਤੇ ਨਸ਼ਾ ਮੁਕਤ ਨਹੀਂ ਹੋ ਸਕਦੇ, ਉਹਨਾਂ ਨੂੰ ਤੁਸੀਂ ਸਿੰਥੈਟਿਕ ਨਸ਼ੇ ਦੀ ਬਜਾਏ ਜੇ ਰਵਾਇਤੀ ਨਸ਼ੇ ਵਾਲੇ ਪਾਸੇ ਨੂੰ ਲੈ ਜਾਓਗੇ ਤਾਂ ਇਸ ਸਮੱਸਿਆ ਦਾ ਕਿਸੇ ਹੱਦ ਤੱਕ ਹੱਲ ਹੋ ਸਕਦਾ ਹੈ। ਪੁਰਾਣੇ ਜ਼ਮਾਨੇ 'ਚ ਅਸੀਂ ਦੇਖਦੇ ਹਾਂ ਬਜ਼ੁਰਗ ਫੀਮ ਵੀ ਖਾਂਦੇ ਹੁੰਦੇ ਸੀ, ਭੁੱਕੀ ਵੀ ਖਾਂਦੇ ਹੁੰਦੇ ਸੀ, ਉਹ ਕੰਮ ਵੀ ਕਰਦੇ ਸੀ, ਕਦੇ ਇਹੋ ਜਿਹੀਆਂ ਸ਼ਿਕਾਇਤਾਂ ਨਹੀਂ ਆਉਂਦੀਆਂ ਸੀ ਕਿ ਉੱਥੇ ਲਾਸ਼ ਪਈ ਆ, ਉਹ ਪਈ ਆ, ਉਹ ਪਈ ਹੈ। ਆ ਤਾਂ ਹੁਣ ਤੁਸੀਂ ਦੇਖੋਗੇ ਸਿਰਿੰਜ ਨਿਕਲਦੀ ਨਹੀਂ, ਪਤਾ ਨਹੀਂ ਕੀ ਕੁਛ ਜ਼ਹਿਰ ਹੈ ਜਿਹੜਾ ਉਹ ਲਾਉਂਦੇ ਹੈ। ਔਰ ਜਿੰਨੀ ਕਿਸੇ ਚੀਜ਼ ਦੇ ਉੱਤੇ ਬੰਦਸ਼ ਹੋਊ ਉਨੀ ਉਹ 'ਚ ਮਿਲਾਵਟ ਹੁੰਦੀ ਹੈ। ਜੀ।
ਬਿਲਕੁਲ ਸਰ, ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਇਸ ਸਾਰੇ ਇਹਨਾਂ ਸਾਰੇ ਸੰਜੀਦਾ ਮੁੱਦਿਆਂ ਤੇ ਵਿਚਾਰ ਚਰਚਾ ਲਈ। ਸ਼ੁਕਰੀਆ ਜੀ, ਮਿਹਰਬਾਨੀ। ਜੀ ਬਿਲਕੁਲ, ਸਾਡੇ ਨਾਲ ਸਨ ਬਖਤੌਰ ਸਿੰਘ ਢਿੱਲੋਂ ਜੀ। ਸੋ ਪੰਜਾਬ ਦੇ ਕੁਝ ਸੰਜੀਦਾ ਮੁੱਦਿਆਂ ਤੇ ਕੁਝ ਸਿਆਸੀ ਮੁੱਦਿਆਂ ਤੇ ਬਹੁਤ ਹੀ ਵਿਸਥਾਰ ਦੇ ਨਾਲ ਜਿਹੜਾ ਉਹਨਾਂ ਨੇ ਗੱਲਬਾਤ ਕੀਤੀ ਹੈ। ਤੇ ਹੁਣ ਜਿਹੜਾ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ। ਤੁਸੀਂ ਸੁਣਦੇ ਰਹੋ ਰੇਡੀਓ ਪੰਜਾਬ ਟੁਡੇ। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। Exit 579 from Highway 401 in Napani. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube.